ਅਸੀਂ ਅਰਦਾਸ ਦੀ ਗੱਲ ਸ਼ੁਰੂ ਕਰਨ ਲੱਗੇ ਹਾਂ। ਗੱਲ ਇੱਥੋਂ ਸ਼ੁਰੂ ਹੋਈ ਸੀ ਕਿ ਅਰਦਾਸ ਨੂੰ ਆਪਾਂ ਬੜਾ ਕੈਜੂਅਲੀ ਬੋਲ ਕੇ ਔਰ ਬਸ ਜਿੱਥੇ ਭਾਈ ਸਾਹਿਬ ਬੋਲਦੇ ਨੇ ਬੋਲਣਾ ਜੀ ਵਾਹਿਗੁਰੂ ਤੇ ਆਪਾਂ ਪਿੱਛੇ ਪਿੱਛੇ ਵਾਹਿਗੁਰੂ ਬੋਲ ਕੇ ਤੇ ਗੱਲ ਖਤਮ ਕਰਕੇ ਔਰ ਫਟਾਫਟ ਆਪਾਂ ਅਰਦਾਸ ਦੇ ਵਿੱਚ ਬਸ ਹਾਂਜੀ ਜੀ ਅਸੀਂ ਅਰਦਾਸ ਸ਼ਾਮਲ ਹੋ ਆਏ। ਅਰਦਾਸ ਦੇ ਵਿੱਚ ਸ਼ਾਮਲ ਹੋਣ ਦਾ ਮਤਲਬ ਇਹ ਹੈ ਕਿ ਅਰਦਾਸ ਦਾ ਕੱਲਾ ਕੱਲਾ ਅੱਖਰ ਤੁਹਾਡੀ ਰੂਹ ਦੇ ਅੰਦਰ ਉਤਰੇ। ਤੁਸੀਂ ਉਸ ਕੱਲੇ ਕੱਲੇ ਅੱਖਰ ਦੇ ਵਿੱਚੋਂ ਕੱਲੇ ਕੱਲੇ ਸ਼ਬਦ ਦੇ ਵਿੱਚੋਂ ਕੁਛ ਨਾ ਕੁਛ ਆਪਣੇ ਨਾਲ ਲੈ ਕੇ ਜਾਓ। ਜਦੋਂ ਅਸੀਂ ਗੁਰੂ ਨਾਨਕ ਦੀ ਗੱਲ ਕਰ ਰਹੇ ਹਾਂ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰਦੇ ਸਮੇਂ ਸਾਨੂੰ ਜਪਜੀ ਸਾਹਿਬ ਤੇ ਆਉਣਾ ਪਊਗਾ। ਸਾਨੂੰ ਫਿਰ ਅਗਰ ਜੀਵਨ ਫਲਸਫੇ ਦੀ ਗੱਲ ਕਰਾਂਗੇ ਤਾਂ ਆਸਾ ਦੀ ਵਾਰ ਤੇ ਜਾਣਾ ਪਊਗਾ। ਸਾਨੂੰ ਪੋਲੀਟੀਕਲ ਉਹਨਾਂ ਦੇ ਆਈਡੀਆਜ਼ ਦੀ ਗੱਲ ਕਰਨੀ ਹੈ, ਸਾਨੂੰ ਬਾਬਰ ਬਾਣੀ ਵੇਖਣੀ ਪਊਗੀ। ਸੋ ਹਰ ਇੱਕ ਤਰੀਕੇ ਨਾਲ ਜਿਸ ਤਰੀਕੇ ਨਾਲ ਵੀ ਅਸੀਂ ਗੁਰੂ ਨਾਨਕ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਸਾਨੂੰ ਗੁਰਬਾਣੀ ਦਾ ਹਵਾਲਾ ਲੈਣਾ ਹੀ ਪੈਣਾ। ਧਰਮ ਦਾ ਮਤਲਬ ਸਿਰਫ ਇੰਨਾ ਹੁੰਦਾ ਆ ਜਦੋਂ ਤੁਹਾਡੇ ਕਰਮ ਜਿਹੜੇ ਨੇ ਉਹ ਧਰਮ ਬਣ ਜਾਣ। ਜਦੋਂ ਤੁਸੀਂ ਜੋ ਕਰ ਰਹੇ ਹੋ ਉਹ ਤੁਸੀਂ ਰਿਸਪੌਂਸਿਬਿਲਿਟੀ ਨਾਲ ਕਰਦੇ ਹੋ ਕਿ ਤੁਸੀਂ ਕਿਸੇ ਨੂੰ ਜਵਾਬਦੇਹ ਹੋ। ਉਹ ਉਸ ਟਾਈਮ ਤੇ ਜਾ ਕੇ ਤੁਸੀਂ ਇੱਕ ਪ੍ਰੋਪਰ ਹਿਊਮਨ ਬੀਇੰਗ ਬਣਦੇ ਹੋ। ਉਦੋਂ ਤੁਸੀਂ ਇਨਸਾਨੀਅਤ ਵੱਲ ਜਾਂਦੇ ਹੋ। ਅਦਰਵਾਈਜ਼ ਇਨਸਾਨ ਤਾਂ ਸਾਰੇ ਹੀ ਪੈਦਾ ਹੁੰਦੇ ਆ। ਯੂਨਾਈਟਿਡ ਨੇਸ਼ਨਸ ਆਫ ਹਿਊਮਨ ਰਾਈਟਸ ਅੱਜ ਸਭ ਤੋਂ ਵੱਡੀ ਸੰਸਥਾ ਆ। ਉਹਨਾਂ ਨੂੰ ਹੀ ਪੁੱਛ ਲਿਓ ਕਿ ਕੋਈ ਇੱਕ ਐਸਾ ਇਨਸਾਨ, ਕੋਈ ਇੱਕ ਐਸੀ ਇਨਸੀਡੈਂਟਸ ਪੂਰੀ ਦੁਨੀਆ ਦੇ ਵਿੱਚ ਜਿੱਥੇ ਕਿਸੇ ਹੋਰ ਦੇ ਹਿਊਮਨ ਰਾਈਟਸ ਵਾਸਤੇ ਕਿਸੇ ਇੱਕ ਨੇ ਆਪਣੀ ਸ਼ਹੀਦੀ ਦੇ ਦਿੱਤੀ ਹੋਵੇ ਜਿਹਦਾ ਉਹਦੇ ਨਾਲ ਕੋਈ ਲੈਣ ਦੇਣ ਵੀ ਨਹੀਂ, ਤਾਂ ਤੁਹਾਨੂੰ ਮਿਲੂਗਾ ਕਿ ਨਹੀਂ। ਔਰ ਐਸੀ ਸਿਰਫ ਇੱਕੋ ਹੀ ਮਿਸਾਲ ਆ, ਉਹ ਸਿੱਖਾਂ ਦੇ ਵਿੱਚ ਮਿਲਦੀ ਆ। ਤਾਂ ਫਿਰ ਆਪਾਂ ਸਿੱਖੀ ਨੂੰ ਇਨਸਾਨੀਅਤ ਤੋਂ ਡਿਫਰੈਂਟ ਕਰਕੇ ਕਿੱਦਾਂ ਦੇਖ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜਿਹੜਾ ਪਿਛਲਾ ਐਪੀਸੋਡ ਸੀ ਉਹਦੇ ਵਿੱਚ ਆਪਾਂ ਕੁਐਸਚਨ ਆਨਸਰਸ ਦੀ ਗੱਲ ਕੀਤੀ ਸੀ ਔਰ ਮੈਂ ਪਿਛਲੇ ਐਪੀਸੋਡ ਵਿੱਚ ਇਹ ਗੱਲ ਕਹੀ ਸੀਗੀ ਕਿ ਇਸ ਐਪੀਸੋਡ ਤੋਂ ਆਪਾਂ ਜੋ ਅਰਦਾਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਆਪਾਂ ਅੱਗੇ ਵਧਾਵਾਂਗੇ। ਹੁਣ ਅਰਦਾਸ ਜਿੰਨਾ ਆਪਾਂ ਕਰ ਚੁੱਕੇ ਉਹ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਉਤੀ ਜੀ ਸਹਾਏ, ਪਾਤਸ਼ਾਹੀ ਦਸਵੀਂ, ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਆਪਾਂ ਪ੍ਰਥਮ ਭਗਉਤੀ ਸਿਮਰ ਕੇ ਤੱਕ ਗੱਲ ਕਰ ਚੁੱਕੇ ਹਾਂ। ਉਹਦੇ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਜਿਹਦੇ ਉੱਤੇ ਜ਼ਿਕਰ ਕੀਤਾ ਸੀ ਉਹ ਇੱਕ ਓਂਕਾਰ ਸੀ, ਵਾਹਿਗੁਰੂ 'ਤੇ ਸੀ ਔਰ ਉਸ ਤੋਂ ਬਾਅਦ ਫਿਰ ਆਪਾਂ ਭਗਉਤੀ ਦੀ ਗੱਲ ਕੀਤੀ ਸੀਗੀ। ਹੁਣ ਵੈਸੇ ਤਾਂ ਮੈਂ ਹਰ ਵਾਰੀ ਤੁਹਾਡੇ ਨਾਲ ਜਦੋਂ ਗੱਲ ਕਰਦੀ ਤਾਂ ਮੈਂ ਇਹੀ ਬੋਲਦੀ ਹਾਂ ਕਿ ਇਹ ਜਿਹੜਾ ਟੌਪਿਕ ਆ ਮੈਨੂੰ ਮੇਰੀ ਪਹੁੰਚ ਤੋਂ ਬਾਹਰ ਲੱਗਦਾ, ਬਟ ਫਿਰ ਵੀ ਕੋਸ਼ਿਸ਼ ਕਰਦੀ ਹਾਂ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਦੇ ਨਾਲ ਕਿ ਕਿਤੇ ਕੁਛ ਵੀ ਜੋ ਬੋਲਾਂ ਉਹ ਚਾਹੇ ਕਿਣਕਾ ਮਾਤਰ ਹੀ ਹੋਵੇ ਪਰ ਉਹ ਕਿਤੇ ਨਾ ਕਿਤੇ ਲੇਖੇ ਲੱਗ ਜੇ। ਅੱਜ ਜਿਹੜਾ ਹੁਣ ਆਪਣਾ ਸ਼ੁਰੂ ਹੋਣਾ ਆ ਉਹ ਹੈਗਾ ਗੁਰੂ ਨਾਨਕ ਲਈ ਧਿਆਏ। ਹੁਣ ਗੁਰੂ ਨਾਨਕ ਜਿਹੜਾ ਇੱਕ ਨਾਮ ਹੈ ਉਹ ਕੋਈ ਇੰਨਾ ਛੋਟੀ ਗੱਲ ਨਹੀਂ ਕਿ ਜਿਹਨੂੰ ਮੇਰੇ ਵਰਗੇ ਜਿਹਦੀ ਜ਼ੁਬਾਨ ਵੀ ਗਿਣਤੀ ਮਿਣਤੀ ਦੇ ਅੱਖਰ ਬੋਲ ਸਕਦੀ ਆ। ਕੋਈ ਵੀ ਐਸੀ ਲੈਂਗੁਏਜ ਨਹੀਂ, ਕੋਈ ਵੀ ਐਸੀ ਕੋਈ ਕਿਸੇ ਵੀ ਪੈਮਾਨੇ ਦੇ ਵਿੱਚ ਗੁਰੂ ਨਾਨਕ ਨੂੰ ਪੂਰੀ ਤਰ੍ਹਾਂ ਨਾਲ ਸਮਝਿਆ ਜਾਂ ਸਮਝਾਇਆ ਜਾਣਾ ਤਕਰੀਬਨ ਇੰਪੋਸੀਬਲ ਹੈ। ਗੁਰੂ ਨਾਨਕ ਸਿਰਫ ਆਪਣੀ ਰੂਹ ਦੇ ਵਿੱਚ ਫੀਲ ਕੀਤੇ ਜਾ ਸਕਦੇ ਆ। ਗੁਰੂ ਨਾਨਕ ਨੂੰ ਸਿਰਫ ਤੁਸੀਂ ਆਪਣੇ ਅੰਦਰ ਮਹਿਸੂਸ ਕਰ ਸਕਦੇ ਹੋ, ਉਹ ਵੀ ਜੇ ਉਹਨਾਂ ਦੀ ਕਿਰਪਾ ਹੋਵੇ ਤੇ। ਆਪਣੀ ਮਰਜ਼ੀ ਨਾਲ ਆਪਾਂ ਉਹ ਵੀ ਨਹੀਂ ਕਰ ਸਕਦੇ। ਸੋ ਮੈਨੂੰ ਨਹੀਂ ਪਤਾ ਕਿ ਇਹ ਜਿਹੜਾ ਆਪਾਂ ਗੁਰੂ ਨਾਨਕ ਦੇ ਉੱਤੇ ਜੋ ਆਪਾਂ ਡਿਸਕਸ਼ਨ ਕਰਨੀ ਆ ਆਪਾਂ ਇਹ ਕਰਨ ਦੇ ਯੋਗ ਹੈਗੇ ਆ ਕਿ ਨਹੀਂ ਹੈਗੇ, ਪਰ ਔਰ ਇਹ ਕਰਾਂਗੇ ਤੇ ਕਿੰਨਾ ਚਿਰ ਕਰਾਂਗੇ, 4, 5, 6 ਐਪੀਸੋਡ, ਆਈ ਡੋਂਟ ਨੋ। ਪਰ ਮੈਨੂੰ ਲੱਗਦਾ ਕਿ ਜੋ ਆਪਾਂ ਨੂੰ ਜੋ ਫਲਸਫੇ ਆ, ਜੇ ਆਪਾਂ ਗੁਰੂ ਨਾਨਕ ਦੀਆਂ ਟੀਚਿੰਗਸ ਦੇ ਵਿੱਚੋਂ ਕੁਝ ਫਲਸਫੇ ਹੀ ਸਮਝ ਲਏ ਤਾਂ ਸ਼ਾਇਦ ਅਸੀਂ ਬਹੁਤ ਕੁਛ ਸੰਜੋ ਜਾਵਾਂਗੇ। ਪਹਿਲੀ ਗੱਲ ਤਾਂ ਇਸੇ ਦੇ ਉੱਤੋਂ ਹੀ ਕਿਉਂਕਿ ਜਦੋਂ ਆਪਾਂ ਇੱਕ ਓਂਕਾਰ ਦੀ ਗੱਲ ਕੀਤੀ ਸੀਗੀ ਉਦੋਂ ਵੀ ਇਹੀ ਗੱਲ ਹੋਈ ਸੀ ਕਿ ਗੁਰੂ ਨਾਨਕ ਦੇ ਮੁੱਖ 'ਚੋਂ ਜੋ ਪਹਿਲੀ ਚੀਜ਼ ਨਿਕਲਦੀ ਆ ਉਹ ਇੱਕ ਓਂਕਾਰ ਨਿਕਲਦਾ ਹੈ। ਹੁਣ ਇੱਕ ਓਂਕਾਰ ਆਪਣੇ ਆਪ ਵਿੱਚ ਹੀ ਇੱਕ ਐਡਾ ਵੱਡਾ ਫਲਸਫਾ ਹੈ, ਕਿੱਡੀ ਫਿਲੋਸਫੀ ਹੈ ਕਿ ਆਪਾਂ ਨੂੰ 2 ਐਪੀਸੋਡ ਸਿਰਫ ਇੱਕ ਓਂਕਾਰ ਦੇ ਉੱਤੇ ਹੀ ਲਾਉਣੇ ਪਏ ਸੀਗੇ। ਔਰ ਅਜੇ ਵੀ ਮੈਨੂੰ ਇਹ ਲੱਗਦਾ ਕਿ ਸ਼ਾਇਦ ਮੇਰੀ ਮੱਤ ਵੀ ਇੱਕ ਤਾਂ
ਬਿਲਕੁਲ ਮੱਤ ਥੋੜ੍ਹੀ ਆ, ਔਰ ਜਿੰਨੀ ਕੁ ਆਪਣੇ ਕੋਲ ਨੌਲੇਜ ਹੈਗੀ ਆ ਜਾਂ ਜਿੰਨਾ ਕੁ ਪੜ੍ਹ ਪੁੜ੍ਹ ਕੇ ਔਰ ਥੋੜ੍ਹਾ ਬਹੁਤ ਜੋ ਆਪਣੀ ਐਕਸਪੀਰੀਅੰਸ ਦੇ ਨਾਲ, ਜੋ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਦੀ ਚਰਨਾਂ ਦੇ ਵਿੱਚ ਬੇਨਤੀ ਕਰਕੇ ਜੋ ਸਾਹਮਣੇ ਆਇਆ, ਜੋ ਜਿੰਨਾ ਕੁ ਉਹਨਾਂ ਨੂੰ ਲੱਗਾ ਕਿ ਇਸ ਕਾਸੇ 'ਚ ਪਾਇਆ ਜਾ ਸਕਦਾ ਆ, ਜਿੰਨਾ ਕੁ ਉਹਨਾਂ ਨੇ ਪਾਇਆ, ਉਸ ਹਿਸਾਬ ਨਾਲ ਆਪਾਂ ਹਜੇ ਵੀ ਮੈਨੂੰ ਲੱਗਦਾ ਕਿ ਆਪਾਂ ਘੱਟ ਗੱਲ ਕੀਤੀ ਆ। ਹੁਣ ਜਦੋਂ ਇੱਕ ਓਂਕਾਰ ਜੋ ਉਹਨਾਂ ਦੇ ਮੁਖਾਰਬਿੰਦ 'ਚੋਂ ਨਿਕਲਿਆ ਹੋਇਆ ਹੈ, ਉਹਦੇ ਵਾਸਤੇ ਅਗਰ ਮੈਨੂੰ ਸੈਟਿਸਫੈਕਸ਼ਨ ਨਹੀਂ, ਤਾਂ ਮੈਨੂੰ ਨਹੀਂ ਸਮਝ ਆਉਂਦੀ ਕਿ ਗੁਰੂ ਨਾਨਕ ਦੀ ਜਦੋਂ ਮੈਂ ਗੱਲ ਕਰੂੰਗੀ ਤਾਂ ਆਪਾਂ ਉਹਨਾਂ ਨੂੰ ਕਿੰਨਾ ਕੁ ਸਮਝ ਸਕਾਂਗੇ। ਪਰ ਆਪਾਂ ਅੱਜ ਤੋਂ ਆਪਣੀ ਜਿਹੜੀ ਹੈ ਉਹ ਗੁਰੂ ਨਾਨਕ ਦੇ ਕਦਮਾਂ ਦੇ ਵਿੱਚ ਆਪਾਂ ਬੇਨਤੀ ਕਰਕੇ ਹੀ ਅੱਗੇ ਚੱਲਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਆਪ ਸੋਝੀ ਦੇਣ, ਮੇਰੀ ਜ਼ੁਬਾਨ ਦੇ ਉੱਤੇ ਜੋ ਵੀ ਮੈਂ ਬੋਲਾਂ ਉਹ ਉਹਨਾਂ ਦੀ ਕਿਰਪਾ ਦੇ ਨਾਲ ਤਕਰੀਬਨ ਸਹੀ ਹੀ ਬੋਲਾਂ, ਔਰ ਉਹ ਸਭ ਕੁਛ ਮੈਂ ਤੁਹਾਡੇ ਤੱਕ ਪਹੁੰਚਦਾ ਕਰ ਸਕਾਂ। ਹੁਣ ਜਦੋਂ ਆਪਾਂ ਗੁਰੂ ਨਾਨਕ ਦੀ ਗੱਲ ਕਰਾਂਗੇ ਤਾਂ ਸਭ ਤੋਂ ਪਹਿਲੀ ਗੱਲ ਜਿਹੜੀ ਆਉਣੀ ਆ, ਕਿਉਂਕਿ ਆਪਾਂ ਬੋਲਦੇ ਹਾਂ ਗੁਰੂ ਨਾਨਕ ਲਈ ਧਿਆਏ, ਅਸੀਂ ਅਰਦਾਸ ਦੀ ਗੱਲ ਸ਼ੁਰੂ ਕਰਨ ਲੱਗਿਆਂ ਹੀ ਗੱਲ ਇੱਥੋਂ ਸ਼ੁਰੂ ਹੋਈ ਸੀ ਕਿ ਅਰਦਾਸ ਨੂੰ ਆਪਾਂ ਬੜਾ ਕੈਜੂਅਲੀ ਬੋਲ ਕੇ, ਔਰ ਬਸ ਜਿੱਥੇ ਭਾਈ ਸਾਹਿਬ ਬੋਲਦੇ ਨੇ ਬੋਲਣਾ ਜੀ ਵਾਹਿਗੁਰੂ, ਅਤੇ ਆਪਾਂ ਪਿੱਛੇ ਵਾਹਿਗੁਰੂ ਬੋਲ ਕੇ ਅਤੇ ਗੱਲ ਖ਼ਤਮ ਕਰਕੇ ਔਰ ਫਟਾਫਟ ਆਪਾਂ ਅਰਦਾਸ ਦੇ ਵਿੱਚ ਬਸ ਹਾਂਜੀ ਜੀ ਅਸੀਂ ਅਰਦਾਸ ਸ਼ਾਮਲ ਹੋ ਆਏ। ਅਰਦਾਸ ਦੇ ਵਿੱਚ ਸ਼ਾਮਲ ਹੋਣ ਦਾ ਮਤਲਬ ਇਹ ਹੈ ਕਿ ਅਰਦਾਸ ਦਾ ਕੱਲਾ ਅੱਖਰ ਤੁਹਾਡੀ ਰੂਹ ਦੇ ਅੰਦਰ ਉਤਰੇ, ਤੁਸੀਂ ਉਸ ਕੱਲੇ ਅੱਖਰ ਦੇ ਵਿੱਚੋਂ, ਕੱਲੇ ਸ਼ਬਦ ਦੇ ਵਿੱਚੋਂ ਕੁਛ ਨਾ ਕੁਛ ਆਪਣੇ ਨਾਲ ਲੈ ਕੇ ਜਾਓ ਹਰ ਵਾਰੀ। ਇਹ ਜ਼ਰੂਰੀ ਨਹੀਂ ਕਿ ਆਪਾਂ ਇੱਕੋ ਵਾਰ ਦੇ ਵਿੱਚ ਸਾਰਾ ਕੁਛ ਲੈ ਲਾਂਗੇ, ਪਰ ਜਦੋਂ ਆਪਾਂ ਇੱਕ ਓਂਕਾਰ ਬੋਲਦੇ ਹਾਂ ਤਾਂ ਉਹਦਾ ਮਤਲਬ ਕੀ ਆ। ਵਾਹਿਗੁਰੂ ਜੀ ਕੀ ਫਤਿਹ ਬੋਲਦੇ ਹਾਂ ਤਾਂ ਵਾਹਿਗੁਰੂ ਦਾ ਕਿਹਦੀ ਫਤਿਹ ਬੋਲਦੇ, ਵਾਹਿਗੁਰੂ ਕੌਣ ਆ। ਉਸ ਤੋਂ ਬਾਅਦ ਸ਼੍ਰੀ ਭਗੌਤੀ ਜੀ ਸਹਾਇ, ਤਾਂ ਕੌਣ ਆ ਭਗੌਤੀ, ਇਹ ਗੱਲਾਂ ਆਪਾਂ ਕਰ ਚੁੱਕੇ। ਹੁਣ ਜਦੋਂ ਆਪਾਂ ਬੋਲਾਂਗੇ ਗੁਰੂ ਨਾਨਕ ਲਈ ਧਿਆਏ, ਤਾਂ ਜਦੋਂ ਆਪਾਂ ਗੁਰੂ ਨਾਨਕ ਨੂੰ ਧਿਆਉਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਹਦੇ ਵਿੱਚੋਂ ਕੀ ਪਾਉਣ ਦੀ ਗੱਲ ਕਰਦੇ ਹਾਂ, ਇਹ ਇੰਪੋਰਟੈਂਟ ਆ। ਜਦੋਂ ਅਸੀਂ ਗੁਰੂ ਨਾਨਕ ਦਾ ਨਾਮ ਆਪਣੀ ਅਰਦਾਸ ਦੇ ਵਿੱਚ ਲੈਂਦੇ ਹਾਂ ਜਾਂ ਅਸੀਂ ਸੁਣਦੇ ਹਾਂ ਕਿ ਗੁਰੂ ਨਾਨਕ ਲਈ ਧਿਆਏ, ਤਾਂ ਗੁਰੂ ਨਾਨਕ ਨੂੰ ਧਿਆਉਣ ਦਾ ਮਤਲਬ ਕੀ ਆ। ਕਿਆ ਉਹ ਸਿਰਫ ਇੱਕ ਨਾਮ ਬੋਲ ਲੈਣ ਨੂੰ ਹੀ ਧਿਆਉਣਾ ਕਹਿ ਦਿੱਤਾ ਜਾਊਗਾ, ਜਾਂ ਗੁਰੂ ਨਾਨਕ ਦੀ ਜਿਹੜੀ ਇੱਕ ਉਹ ਫੋਟੋ ਸਾਨੂੰ ਸੋਭਾ ਸਿੰਘ ਹੁਣਾਂ ਨੇ ਬਣਾ ਕੇ ਦਿੱਤੀ ਆ ਉਹਨੂੰ ਆਪਣੇ ਦਿਮਾਗ 'ਚ ਰੱਖ ਲੈਣਾ, ਜਾਂ ਕਿਸ ਤਰੀਕੇ ਨਾਲ ਅਸੀਂ ਗੁਰੂ ਨਾਨਕ ਨੂੰ ਧਿਆਉਣ ਦਾ ਮਤਲਬ ਕੀ ਹੋਊਗਾ। ਤਾਂ ਸਭ ਤੋਂ ਪਹਿਲਾਂ ਤਾਂ ਧਿਆਨ ਇਹ ਰੱਖਣਾ ਪਊਗਾ ਕਿ ਜਦੋਂ ਅਸੀਂ ਗੁਰੂ ਨਾਨਕ ਬੋਲਦੇ ਹਾਂ ਅਤੇ ਉਸ ਵਿੱਚ ਸਾਡੇ ਆਪਣੇ ਕਿਰਦਾਰ ਦੇ ਵਿੱਚ ਹੈ ਨਾ, ਗੁਰੂ ਨਾਨਕ ਤੋਂ ਅਸੀਂ ਕਿਹੜੀ ਕਿਰਪਾ ਮੰਗ ਰਹੇ ਹਾਂ, ਕਿ ਗੁਰੂ ਨਾਨਕ ਪਾਤਸ਼ਾਹ ਸਾਡੇ 'ਤੇ ਕੀ, ਅਸੀਂ ਉਹਨਾਂ ਕੋਲੋਂ ਕੀ ਚਾਹੁੰਦੇ ਹਾਂ, ਅਸੀਂ ਕੀ ਮੰਗ ਰਹੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਅਸੀਂ ਤੁਹਾਨੂੰ ਧਿਆਇਆ ਅਤੇ ਹੁਣ ਮੇਰੇ ਕਿਰਦਾਰ ਦੇ ਵਿੱਚ ਕੀ ਚੇਂਜਿਸ ਹੋਣ, ਜਾਂ ਮੇਰੇ ਕਿਰਦਾਰ ਦੇ ਵਿੱਚ ਤੁਹਾਡੀ ਕਿਹੜੀ ਟੀਚਿੰਗ ਆਵੇ। ਇਹ ਸਾਨੂੰ ਆਪਣੇ ਆਪ ਨੂੰ ਥੋੜ੍ਹਾ ਜਿਹਾ ਸਾਨੂੰ ਖੁਦ ਨੂੰ ਸਾਡਾ ਆਪਣਾ ਮੰਥਨ ਕਰਨਾ ਪੈਣਾ ਆ। ਹੁਣ ਸਭ ਤੋਂ ਪਹਿਲੀ ਗੱਲ ਜਿਹੜੀ ਮੈਨੂੰ ਲੱਗਦਾ ਕਿ ਜ਼ਰੂਰੀ ਆ ਜਦੋਂ ਆਪਾਂ ਗੁਰੂ ਨਾਨਕ ਦੀ ਗੱਲ ਕਰਨੀ ਹੈ, ਤਾਂ ਸਾਨੂੰ ਜਿਹੜੇ ਸਾਡੇ ਭਰਮ ਭੁਲੇਖੇ ਆ ਨਾ, ਸਭ ਤੋਂ ਪਹਿਲਾਂ ਸਾਨੂੰ ਉਹ ਹਟਾਉਣੇ ਪੈਣਗੇ। ਬਹੁਤ ਸਾਰੇ ਅਸੀਂ ਗੁਰੂ ਨਾਨਕ ਨੂੰ ਸਿਰਫ ਇੱਕ ਰਿਲੀਜੀਅਸ ਪ੍ਰੋਫਿਟ ਮੰਨ ਲੈਂਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਕੌਣ ਹੈ, ਇੱਕ ਰਿਲੀਜੀਅਸ ਪ੍ਰੋਫਿਟ ਆ। ਉਸ ਤੋਂ ਅਗਲੀ ਗੱਲ ਆ ਜਾਂਦੀ ਆ, ਕੁਛ ਮੇਰੇ ਵਰਗੇ ਕਹਿ ਦਿੰਦੇ ਨਹੀਂ ਉਹ ਤਾਂ ਰੈਵੋਲਿਊਸ਼ਨਰੀ ਸੀ। ਕੋਈ ਹੋਰ ਆ ਜਾਂਦੇ ਆ ਤਾਂ ਉਹ ਕਹਿ ਦਿੰਦੇ ਆ ਕਿ ਉਹ ਭਗਤੀ ਲਹਿਰ ਦੇ ਨਾਲ ਉਹਨਾਂ ਦਾ ਸੰਬੰਧ ਸੀ, ਉਹ ਉਸ ਤਰੀਕੇ ਨਾਲ ਆਪਣਾ ਫਲਸਫਾ ਅੱਗੇ ਲੈ ਕੇ ਆਏ। ਕੋਈ ਜਿਹੜੇ ਆ ਉਹਨਾਂ ਦੀ ਫੋਟੋ ਦੇ ਵਿੱਚ ਜਿਹੜੀ ਉਹਨਾਂ ਨੇ ਉਹ ਇੱਕ ਮਾਲਾ ਉਹਨਾਂ ਨੂੰ ਫੜਾਈ ਹੁੰਦੀ ਆ, ਅਤੇ ਇੱਕ ਉਹਨਾਂ ਦਾ ਹੱਥ ਐਵੇਂ ਕਰਕੇ ਜਿਹੜਾ ਦਿਖਾਇਆ ਆ, ਔਰ ਇੱਕ ਭੰਗਵਾ ਕੱਪੜੇ, ਔਰ ਉਹ ਕਹਿੰਦੇ ਕਿ ਉਦਾਸੀ ਪਰੰਪਰਾ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦਾ ਸੰਬੰਧ ਹੈ। ਸੋ ਹਰ ਇੱਕ ਬੰਦਾ ਆਪਣੇ ਆਪਣੇ ਤਰੀਕੇ ਨਾਲ ਗੁਰੂ ਨਾਨਕ ਨੂੰ ਇੰਟਰਪ੍ਰੈਟ ਕਰਨ ਦੀ ਕੋਸ਼ਿਸ਼ ਕਰਦਾ, ਜਿਹਨੂੰ ਜਿਸ ਤਰੀਕੇ ਨਾਲ ਠੀਕ ਲੱਗਦਾ ਉਸ ਤਰੀਕੇ ਨਾਲ ਹੀ ਇੰਟਰਪ੍ਰੀਟੇਸ਼ਨ ਦੀ ਗੱਲ ਕਰਦਾ। ਹੁਣ ਜਿਹੜੇ ਥੋੜ੍ਹੇ ਬਹੁਤ ਵੀ ਕਿਸੇ ਇੱਕ ਲੈਵਲ ਦੇ ਉੱਤੇ ਚਲੇ ਗਏ ਆ, ਮੈਨੂੰ ਯਾਦ ਆ ਇੱਕ ਇੱਥੇ ਸਾਡਾ ਇੱਕ ਸੈਮੀਨਾਰ ਹੋਇਆ ਸੀ ਜਿੱਥੇ ਸਰਦਾਰ ਅਜਮੇਰ ਸਿੰਘ ਹੁਣੀ ਆਏ ਸੀਗੇ, ਤਾਂ ਮੈਂ ਵੀ ਉੱਥੇ ਬੋਲ ਰਹੀ ਸੀਗੀ, ਔਰ ਉੱਥੇ ਮੇਰਾ ਟੌਪਿਕ ਸੀਗਾ ਕਿ ਗੁਰੂ ਨਾਨਕ ਦੀ ਟੀਚਿੰਗਸ ਦੇ ਵਿੱਚ ਔਰਤਾਂ ਦੇ ਹੱਕਾਂ ਦੀ ਗੱਲ ਕੀ ਆ। ਤਾਂ ਉਹ ਬੋਲਦੇ ਹੋਏ ਕਿਉਂਕਿ ਅਸੀਂ ਆਮ ਭਾਸ਼ਾ ਵਾਲੇ ਲੋਕ ਹਾਂ, ਜਦੋਂ ਅਸੀਂ ਆਮ ਭਾਸ਼ਾ ਵਿੱਚ ਇੱਕ ਦੂਜੇ ਨਾਲ ਗੱਲ ਕਰਦੇ ਹਾਂ ਤਾਂ ਫਿਰ ਸਾਨੂੰ ਉਹੀ ਭਾਸ਼ਾ ਬੋਲਣੀ ਪੈਂਦੀ ਜਿਹੜੀ ਸਮਝ ਆਵੇ। ਤਾਂ ਉਹੀ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਕੁਛ ਲੋਕ ਰੈਵੋਲਿਊਸ਼ਨਰੀ ਕਹਿ ਦਿੰਦੇ ਆ, ਮੈਂ ਵੀ ਆਹੀ ਬੋਲਿਆ ਸੀਗਾ। ਤਾਂ ਅਜਮੇਰ ਸਿੰਘ ਹੁਣਾਂ ਨੇ ਉਦੋਂ ਉਸੇ ਵੇਲੇ ਟੋਕਿਆ ਕਿ ਇਹ ਅੱਖਰ ਜਿਹੜੇ ਨੇ ਨਾ, ਇਹ ਗੁਰੂ ਨਾਨਕ ਦੀ ਕੱਦ ਨੂੰ, ਗੁਰੂ ਨਾਨਕ ਦੀ ਵਿਅਕਤਿਤਵ ਨੂੰ ਬਹੁਤ ਛੋਟਾ ਕਰ ਦਿੰਦੇ ਆ। ਗੁਰੂ ਨਾਨਕ ਨੇ ਬਸ,
ਗੁਰੂ ਨਾਨਕ ਦੀ ਜਿਹੜੀ ਡੈਫੀਨੇਸ਼ਨ ਆ ਉਹ ਇਹੀ ਹੋ ਸਕਦੀ ਆ ਕਿ ਉਹ ਗੁਰੂ ਨਾਨਕ ਨੇ। ਪਰ ਹੁਣ ਇਸ ਗੱਲ ਨੂੰ ਸਮਝਣ ਵਾਸਤੇ, ਇਸ ਗੱਲ ਤੱਕ ਪਹੁੰਚਣ ਵਾਸਤੇ ਇੱਕ ਖਾਸ ਤਰ੍ਹਾਂ ਦੀ ਇੱਕ ਤਾਂ ਮਾਨਸਿਕਤਾ ਦੀ, ਤੁਹਾਡੀ ਸਪਿਰਿਚੁਅਲ ਵੈਲਬੀਇੰਗ ਦੀ ਲੋੜ ਆ। ਤੁਸੀਂ ਸਪਿਰਿਚੁਅਲੀ ਉਸ ਲੈਵਲ ਦੇ ਉੱਤੇ ਹੋਣੇ ਚਾਹੀਦੇ ਆ ਜਿੱਥੇ ਜਾ ਕੇ ਤੁਸੀਂ ਇਹ ਕਹੋ ਕਿ ਗੁਰੂ ਨਾਨਕ ਕੌਣ, ਤਾਂ ਗੁਰੂ ਨਾਨਕ ਔਰ ਤੁਸੀਂ ਸਮਝ ਵੀ ਜਾਓ। ਅਦਰਵਾਈਜ਼ ਜੇ ਆਪਾਂ ਇਹ ਗੱਲ ਕਿਸੇ ਹੋਰ ਨੂੰ ਕਹਾਂਗੇ ਕਿ ਗੁਰੂ ਨਾਨਕ ਕੌਣ ਆ, ਤਾਂ ਫਿਰ ਉਹ ਗੱਲ ਆਊਗੀ ਕਿ ਤੁਹਾਨੂੰ ਦੱਸਣਾ ਪਊਗਾ। ਜੇ ਤੁਸੀਂ ਕਹੋਗੇ ਗੁਰੂ ਨਾਨਕ ਹੈ ਤਾਂ ਉਹਨਾਂ ਨੂੰ ਸਮਝ ਨਹੀਂ ਆਉਣੀ। ਸੋ ਇਹ ਆ ਜਾਂਦੀ ਹੈ ਲੈਵਲ ਦੀ ਗੱਲ। ਹੁਣ ਆਪਾਂ ਗੁਰੂ ਨਾਨਕ ਨੂੰ ਜਦੋਂ ਸਮਝਣਾ ਤਾਂ ਸਭ ਤੋਂ ਪਹਿਲਾਂ ਅੱਜ ਤੋਂ ਇਹ ਸ਼ੁਰੂ ਕਰੀਏ ਕਿ ਗੁਰੂ ਨਾਨਕ ਨੂੰ ਗੁਰੂ ਨਾਨਕ ਹੀ ਸਮਝ ਕੇ ਚੱਲੀਏ। ਜੇ ਆਪਾਂ ਗੁਰੂ ਨਾਨਕ ਨੂੰ ਕਿਸੇ ਡੈਫੀਨੇਸ਼ਨ ਦੇ ਵਿੱਚ ਬਾਈਂਡ ਕਰਨ ਦੀ ਕੋਸ਼ਿਸ਼ ਕਰਾਂਗੇ ਨਾ, ਉਹ ਪੋਸੀਬਲ ਹੋਣਾ ਨਹੀਂ। ਉਹਦੇ ਨਾਲ ਕੀ ਹੈ ਕਿ ਅਸੀਂ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੀ ਗੁਰੂ ਨਾਨਕ ਦੇ ਵਿਅਕਤਿਤਵ ਦਾ ਦੇਖ ਸਕਾਂਗੇ, ਲੈ ਸਕਾਂਗੇ। ਜੇ ਅਸੀਂ ਗੁਰੂ ਨਾਨਕ ਨੂੰ ਸਿਰਫ ਰੈਵੋਲਿਊਸ਼ਨਰੀ ਮੰਨਦੇ ਹਾਂ ਜਾਂ ਸਿਰਫ ਉਦਾਸੀ ਪਰੰਪਰਾ ਦੇ ਨਾਲ ਰਿਲੇਟਡ ਜਾਂ ਕੋਈ ਭਗਤੀ ਮੂਵਮੈਂਟ ਦੇ ਨਾਲ ਰਿਲੇਟਡ ਜਾਂ ਜਿਸ ਤਰੀਕੇ ਨਾਲ ਵੀ ਆਪਾਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇੱਕ ਹਿੱਸੇ ਦੇ ਵਿੱਚ, ਉਹ ਇੰਝ ਹੋਊਗਾ ਕਿ ਜਿੱਦਾਂ ਕਿ ਸਮੁੰਦਰ ਦੇ ਵਿੱਚੋਂ ਅਸੀਂ ਗਲਾਸ ਵੀ ਨਹੀਂ, ਇੱਕ ਚਮਚਾ ਭਰ ਕੇ, ਸ਼ਾਇਦ ਚਮਚੇ ਤੋਂ ਵੀ ਇੱਕ ਬੂੰਦ ਜਿਹੜੀ ਆ ਸਿਰਫ ਅਸੀਂ ਉਹੀ ਲੈ ਸਕੇ ਹਾਂ। ਤਾਂ ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਉੱਤੋਂ ਮਿੱਟੀ ਝਾੜਨ ਲੱਗੇ ਆਪਾਂ ਇਹ ਕਹੀਏ ਕਿ ਗੁਰੂ ਨਾਨਕ ਕੌਣ, ਤਾਂ ਗੁਰੂ ਨਾਨਕ ਸਿਰਫ ਗੁਰੂ ਨਾਨਕ। ਹੁਣ ਉਸ ਤੋਂ ਅਗਲੀ ਗੱਲ, ਗੱਲਾਂ ਅੱਗੇ ਬਹੁਤ ਲੰਬੀਆਂ ਹੋ ਸਕਦੀਆਂ, ਗੱਲਾਂ ਇੰਝ ਵੀ ਹੋ ਸਕਦੀਆਂ ਕਿ ਜਦੋਂ ਆਪਾਂ ਗੁਰੂ ਨਾਨਕ ਨੂੰ ਸਮਝਣਾ ਆ ਤਾਂ ਗੁਰੂ ਨਾਨਕ ਦੀਆਂ ਸਿੱਖਿਆਵਾਂ ਨੂੰ ਕਿਸ ਤਰੀਕੇ ਨਾਲ ਸਮਝਣਾ, ਸਾਨੂੰ ਉੱਧਰ ਵੀ ਜਾਣਾ ਪਊਗਾ। ਗੁਰੂ ਨਾਨਕ ਨੂੰ ਅਸੀਂ ਉਹਨਾਂ ਦੀਆਂ ਜਨਮ ਸਾਖੀਆਂ ਦੇ ਵਿੱਚੋਂ ਸਮਝਣਾ ਜਾਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀ ਬਾਣੀ ਲਿਖੀ ਆ ਉਹਦੇ ਵਿੱਚੋਂ। ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਗੁਰੂ ਨਾਨਕ ਨੂੰ ਅਗਰ ਤੁਸੀਂ ਗੁਰੂ ਨਾਨਕ ਨੂੰ ਆਪਾਂ ਫੋਲੋ ਕਰਨ ਦੀ ਗੱਲ ਕਰਦੇ ਹਾਂ ਤਾਂ ਗੁਰੂ ਨਾਨਕ ਫੋਲੋ ਹੋਣਗੇ ਉਹਨਾਂ ਦੀ ਬਾਣੀ ਦੇ ਥਰੂ, ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ। ਸਾਨੂੰ ਕੱਲੀ ਚੀਜ਼ ਜੋ ਗੁਰੂ ਨਾਨਕ ਦੀ ਜੀਵਨ ਕਾਲ ਦੇ ਨਾਲ ਰਿਲੇਟਡ ਹੈ ਉਹ ਸਾਨੂੰ ਗੁਰਬਾਣੀ ਦੇ ਵਿੱਚ ਮਿਲ ਜਾਂਦੀ, ਉਹਦਾ ਅੰਸ਼ ਗੁਰਬਾਣੀ ਦੇ ਵਿੱਚ ਮਿਲ ਜਾਂਦਾ। ਤਾਂ ਮੈਂ ਬੜੀ ਵਾਰੀ ਪਹਿਲਾਂ ਵੀ ਇਹ ਗੱਲ ਕਹਿ ਚੁੱਕੀ ਹਾਂ, ਦੁਬਾਰਾ ਇਹੀ ਗੱਲ ਕਹੂੰਗੀ ਕਿ ਸਾਡਾ ਜਿਹੜਾ ਫੁਰਕਾਨ ਹੈ, ਜੋ ਸਾਡਾ ਪੈਰਾਮੀਟਰ ਹੈ, ਉਹ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਣੇ ਚਾਹੀਦੇ ਆ। ਬੇਸ਼ੱਕ ਜਿਹੜੀਆਂ ਜੀਵਨ ਸਾਖੀਆਂ ਹੁੰਦੀਆਂ ਨੇ ਜਾਂ ਜੋ ਜਨਮ ਸਾਖੀਆਂ ਗੁਰੂ ਨਾਨਕ ਪਾਤਸ਼ਾਹ ਦੀਆਂ ਨੇ, ਉਹਨਾਂ ਵਿੱਚੋਂ ਵੀ ਅਸੀਂ ਬਹੁਤ ਕੁਛ ਲਵਾਂਗੇ, ਲੈ ਸਕਦੇ ਆ। ਪਰ ਉਹ ਜਨਮ ਸਾਖੀਆਂ ਜਿਹੜੀ ਅਕਸਰ ਇੱਕ ਡਿਬੇਟ ਚੱਲ ਪੈਂਦੀ ਹੈ ਨਾ ਕਿ ਇਹ ਤਾਂ ਗੱਪਾਂ ਆ, ਇਹ ਸੱਚ ਆ, ਇਹ ਝੂਠ ਆ, ਤਾਂ ਸਾਨੂੰ ਸਿਰਫ ਇਹ ਦੇਖਣਾ ਹੈ ਕਿ ਜਿਹੜੀ ਵੀ ਜਨਮ ਸਾਖੀ ਅਸੀਂ ਲਈ, ਕਿਆ ਉਹ ਜਨਮ ਸਾਖੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੈਰਾਮੀਟਰ ਦੇ ਉੱਤੇ ਖਰੀ ਉਤਰਦੀ ਆ। ਜੇ ਉਹ ਖਰੀ ਉਤਰਦੀ ਹੈ ਤਾਂ ਉਹ ਸੱਚੀ ਹੋਊਗੀ। ਜੇ ਉਹ ਖਰੀ ਨਹੀਂ ਉਤਰਦੀ ਤਾਂ ਫਿਰ ਆਪਾਂ ਉਹਨੂੰ ਡਾਊਟ ਕਰ ਸਕਦੇ ਹਾਂ ਜਾਂ ਅਸੀਂ ਉਹਨੂੰ ਕਹਿ ਸਕਦੇ ਹਾਂ ਕਿ ਮੈਂ ਇਹਨੂੰ ਨਹੀਂ ਮੰਨਦਾ। ਸੋ ਜਿਹੜਾ ਸਾਡਾ ਪੈਰਾਮੀਟਰ ਹੈ, ਫਾਈਨਲ ਪੈਰਾਮੀਟਰ, ਉਹ ਅਸੀਂ ਗੁਰਬਾਣੀ ਨੂੰ ਹੀ ਮੰਨਣਾ ਆ। ਜਦੋਂ ਅਸੀਂ ਗੁਰੂ ਨਾਨਕ ਦੀ ਗੱਲ ਕਰ ਰਹੇ ਹਾਂ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰਦੇ ਸਮੇਂ ਸਾਨੂੰ ਜਪਜੀ ਸਾਹਿਬ 'ਤੇ ਆਉਣਾ ਪਊਗਾ। ਸਾਨੂੰ ਫਿਰ ਅਗਰ ਜੀਵਨ ਫਲਸਫੇ ਦੀ ਗੱਲ ਕਰਾਂਗੇ ਤਾਂ ਆਸਾ ਦੀ ਵਾਰ 'ਤੇ ਜਾਣਾ ਪਊਗਾ। ਸਾਨੂੰ ਪੋਲੀਟੀਕਲ ਉਹਨਾਂ ਦੇ ਆਈਡੀਆਜ਼ ਦੀ ਗੱਲ ਕਰਨੀ ਹੈ, ਸਾਨੂੰ ਬਾਬਰ ਬਾਣੀ ਵੇਖਣੀ ਪਊਗੀ। ਸੋ ਹਰ ਇੱਕ ਤਰੀਕੇ ਨਾਲ, ਜਿਸ ਤਰੀਕੇ ਨਾਲ ਵੀ ਅਸੀਂ ਗੁਰੂ ਨਾਨਕ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਸਾਨੂੰ ਗੁਰਬਾਣੀ ਦਾ ਹਵਾਲਾ ਲੈਣਾ ਹੀ ਪੈਣਾ। ਪਰ ਗੁਰਬਾਣੀ ਵੱਲ ਹੋਣ ਤੋਂ ਪਹਿਲਾਂ ਜਦੋਂ ਆਪਾਂ ਉਸ ਪਾਸੇ ਜਾਈਏ, ਉਸ ਤੋਂ ਪਹਿਲਾਂ ਸਾਨੂੰ ਕੁਛ ਕੁ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਕਿ ਇੱਕ ਓਵਰਆਲ ਕਨਸੈਪਟ ਜਿਹੜਾ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਡਿਸਕਸ ਕਰ ਰਹੇ ਹਾਂ, ਇੱਕ ਓਵਰਆਲ ਕਨਸੈਪਟ ਜਦੋਂ ਮੈਂ ਅਗਲੀ ਵਾਰੀ ਅਰਦਾਸ ਦੇ ਵਿੱਚ ਕਹਾਂ ਕਿ ਗੁਰੂ ਨਾਨਕ ਲਈ ਧਿਆਏ, ਤਾਂ ਉਦੋਂ ਮੈਂ ਆਪਣੇ ਆਪ ਨੂੰ ਕੀ ਮੈਸੇਜ ਦੇਵਾਂ ਕਿ ਤੂੰ ਗੁਰੂ ਨਾਨਕ ਨੂੰ ਧਿਆ ਲਿਆ ਤਾਂ ਹੁਣ ਤੇਰੇ ਕਿਰਦਾਰ ਦੇ ਵਿੱਚ ਆਹ ਚੀਜ਼ਾਂ ਤਾਂ ਪੱਕੀਆਂ ਹੋਣੀਆਂ ਚਾਹੀਦੀਆਂ। ਅਗਰ ਇਹ ਚੀਜ਼ਾਂ ਤੇਰੀ ਕਿਰਦਾਰ 'ਚ ਪੱਕੀਆਂ ਨਹੀਂ ਆਉਂਦੀਆਂ, ਇਹਦਾ ਮਤਲਬ ਹੈ ਕਿ ਤੂੰ ਗੁਰੂ ਨਾਨਕ ਲਈ ਧਿਆਏ ਜਿਹੜੀ ਉਹ ਲਾਈਨ ਸੀ ਅਰਦਾਸ ਦੇ ਵਿੱਚ ਜੋ ਤੂੰ ਬੋਲਿਆ, ਉਹ ਤੂੰ ਸਿਰਫ ਮੂੰਹ ਨਾਲ ਬੋਲਿਆ, ਕਰਮਾਂ ਨਾਲ ਜਾਂ ਮਨ ਦੇ ਨਾਲ ਤੂੰ ਨਹੀਂ ਬੋਲਿਆ। ਤਾਂ ਜਦੋਂ ਵੀ ਇਹ ਗੱਲ ਆਵੇ ਤਾਂ ਘੱਟੋ ਘੱਟ ਜਿਹੜੀਆਂ 3 ਚੀਜ਼ਾਂ ਦੇ ਉੱਤੇ ਆਪਾਂ ਗੱਲ ਕਰਨ ਲੱਗੇ ਹਾਂ, ਇਹ ਜ਼ਰੂਰ ਆਪਾਂ ਆਪਣੇ ਵੱਲ ਦੇਖ ਲਈਏ ਕਿ ਇਹ ਸਾਡੇ ਵਿੱਚ ਹੈਗੀਆਂ। ਦੇਖੋ, ਕੋਈ ਵੀ ਜਿਹੜਾ ਮੈਂ ਇਹ ਕਹੂੰਗੀ ਇਨਲਾਈਟਨਡ ਤਾਂ ਬਹੁਤ ਵੱਡਾ ਵਰਡ ਹੋ ਜਾਂਦਾ। ਕੋਈ ਵੀ ਜਿਹੜਾ ਇੱਕ ਪੂਰਨ ਪੁਰਖ ਹੁੰਦਾ ਨਾ, ਪੂਰਨ ਪੁਰਖ, ਪੂਰਨ ਇਸਤਰੀ, ਪੂਰਨ ਇਨਸਾਨ, ਜਿਹੜੇ ਉਹਨਾਂ ਵਿੱਚ 3 ਚੀਜ਼ਾਂ ਜ਼ਰੂਰ ਹੁੰਦੀਆਂ। ਇੱਕ ਸੋਸ਼ਲ, ਰਿਲੀਜੀਅਸ ਔਰ ਪੋਲੀਟੀਕਲ। ਹੁਣ ਰਿਲੀਜੀਅਸ ਤੋਂ ਮੇਰਾ ਮਤਲਬ ਸਿਰਫ ਕੁਛ ਲੋਕ ਜਿਹੜੇ ਧਰਮ ਨੂੰ ਮੰਨਦੇ ਹੀ ਨਹੀਂ ਤਾਂ ਉਹ ਕਹਿਣਗੇ ਕਿ ਮੈਂ ਨਹੀਂ ਮੰਨਦਾ ਤਾਂ ਮਤਲਬ ਪੂਰਨ ਨਹੀਂ ਹੈਗਾ। ਤਾਂ ਰਿਲੀਜੀਅਸ ਤੋਂ ਭਾਵ ਇਹ ਹੁੰਦਾ ਤੁਹਾਡੀ ਸਪਿਰਿਚੁਅਲ ਵੈਲਬੀਇੰਗ,
ਤੁਸੀਂ ਸਪਿਰਿਚੁਅਲੀ ਕਿੱਥੇ ਕੁ ਜੇ ਖੜੇ ਆ। ਹੁਣ ਸਪਿਰਿਚੁਅਲੀ ਜਦੋਂ ਆਪਾਂ ਗੱਲ ਕਰਾਂਗੇ ਤਾਂ ਇੱਕ ਬਹੁਤ ਵੱਡਾ ਸਬਜੈਕਟ ਆ, ਇਹ ਬਹੁਤ ਵੱਡੀ ਇੱਕ ਡਿਬੇਟ ਆ। ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਕਿਸੇ ਪਰਮਾਤਮਾ ਨੂੰ ਮੰਨਦੇ ਹੋ ਕਿ ਨਹੀਂ ਮੰਨਦੇ, ਬਟ ਕਿਆ ਤੁਸੀਂ ਇਹ ਮੰਨਦੇ ਹੋ ਕਿ ਤੁਹਾਨੂੰ ਜਦੋਂ ਤੁਸੀਂ ਕੋਈ ਵੀ ਵਟ ਐਵਰ ਯੂ ਆਰ ਡੂਇੰਗ, ਕਿਆ ਤੁਸੀਂ ਉਹ ਇਹ ਸਮਝ ਕੇ ਕਰਦੇ ਹੋ ਕਿ ਤੁਸੀਂ ਗਾਈਡਡ ਹੋ, ਤੁਹਾਨੂੰ ਕੋਈ ਤਾਂ ਹੈ ਜੋ ਗਾਈਡ ਕਰ ਰਿਹਾ। ਜਦੋਂ ਤੁਸੀਂ ਆਪਣੇ ਜਿਹੜੇ ਤੁਹਾਡੇ ਕਰਮ ਹੈ, ਜਦੋਂ ਤੁਸੀਂ ਇਸ ਤਰੀਕੇ ਨਾਲ ਆਪਣੇ ਆਪ ਨੂੰ ਸਮਝਣ ਲੱਗ ਜਾਂਦੇ ਆ ਤਾਂ ਫਿਰ ਉਹ ਧਰਮ ਬਣ ਜਾਂਦੇ ਨੇ। ਉਹ ਕਰਮ ਜਿਹੜੇ ਉਹ ਤੁਹਾਡਾ ਧਰਮ ਬਣ ਜਾਂਦੇ ਨੇ। ਅਗਰ ਮੰਨ ਲਓ ਕਿ ਰਸਤੇ ਦੇ ਵਿੱਚ ਕੋਈ ਮਿਸ ਹੈਪਨਿੰਗ ਹੋਈ ਆ ਔਰ ਮੈਂ ਉੱਥੋਂ ਦੀ ਨਿਕਲਦੀ ਪਈ ਹਾਂ ਔਰ ਮੈਂ ਸੋਚਿਆ ਕਿ ਛੱਡ ਪਰੇ, ਮੇਰਾ ਕੀ ਲੈਣਾ ਦੇਣਾ। ਹੁਣ ਇਹ ਤਾਂ ਇੱਕ ਗੱਲ ਆ, ਪਰ ਅਗਰ ਮੈਨੂੰ ਲੱਗਦਾ ਆ ਕਿ ਨਹੀਂ, ਦੇਅਰ ਇਜ਼ ਸਮਬਡੀ ਜੋ ਮੈਨੂੰ ਦੇਖ ਰਿਹਾ ਆ ਔਰ ਮੈਨੂੰ ਇਹਦਾ ਜਵਾਬ ਦੇਣਾ ਪੈਣਾ ਆ, ਤਾਂ ਫਿਰ ਮੈਂ ਉੱਥੇ ਰੁਕੂੰਗੀ। ਉਹ ਮੇਰਾ ਧਰਮ ਬਣ ਜੂਗਾ। ਉਹ ਉੱਥੇ ਰੁਕਣਾ ਉਹ ਮੇਰਾ ਧਰਮ ਬਣ ਜੂਗਾ। ਚਲੇ ਜਾਣਾ ਮੇਰਾ ਕਰਮ ਵੀ ਹੋ ਸਕਦਾ ਸੀ, ਪਰ ਮੇਰਾ ਧਰਮ ਨਹੀਂ ਸੀ ਕਦੀ ਵੀ। ਧਰਮ ਜਿਹੜਾ ਹੁੰਦਾ ਆ, ਐਕਚੁਅਲੀ ਪ੍ਰੋਬਲਮ ਕੀ ਆ ਕਿ ਧਰਮ ਨੂੰ ਇੰਨਾ ਕੁ ਅਸੀਂ ਇੱਕ ਅਜੀਬ ਵਰਡ ਬਣਾ ਲਿਆ ਨਾ ਕਿ ਜਿਹੜੇ ਲੋਕਾਂ ਨੂੰ ਆਪਾਂ ਕਹਿੰਦੇ ਕਿ ਲੋਕ ਬੜੇ ਧਾਰਮਿਕ ਹੈ, ਤਾਂ ਅਸੀਂ ਉਹਨੂੰ ਦੇਖਦੇ ਅੱਛਾ ਇਹ ਬੜੇ ਪਛੜੇ ਖਿਆਲਾਂ ਵਾਲੇ ਹੋਣੇ ਆ। ਫਿਰ ਜਿਹੜਾ ਕੋਈ ਧਾਰਮਿਕ ਆ ਉਹ ਆਰਥੋਡਾਕਸ ਹੋਣਾ ਆ, ਜਾਂ ਉਹਨੂੰ ਤਾਂ ਸਮਝ ਹੀ ਨਹੀਂ ਹੋਣੀ, ਉਹ ਰੈਸ਼ਨਲ ਨਹੀਂ ਹੋਣਾ, ਉਹ ਲੌਜੀਕਲ ਨਹੀਂ ਹੋਣਾ। ਅਸੀਂ ਇਹੋ ਜਿਹੇ ਵਰਡਸ ਦੇ ਨਾਲ ਉਹਨੂੰ ਕੋਨੋਟੇਸ਼ਨ ਦੇ ਦਿੱਤੀ ਆ ਧਰਮ ਨੂੰ। ਬੇਸਿਕਲੀ ਕਰਮ ਤੁਹਾਡਾ ਧਰਮ ਉਦੋਂ ਬਣਦਾ ਆ ਜਦੋਂ ਤੁਹਾਨੂੰ ਲੱਗਦਾ ਆ ਕਿ ਯੂ ਆਰ ਆਨਸਰੇਬਲ ਟੂ ਸਮਬਡੀ। ਅਸੀਂ ਆਪਣੇ ਆਫਿਸ ਦੇ ਵਿੱਚ ਕੰਮ ਕਰਦੇ ਹਾਂ, ਅਸੀਂ ਆਪਣੇ ਘਰਾਂ ਦੇ ਵਿੱਚ ਕੰਮ ਕਰਦੇ ਹਾਂ। ਆਫਿਸ ਦੇ ਵਿੱਚ ਜਦੋਂ ਅਸੀਂ ਕੰਮ ਕਰਦੇ ਹਾਂ ਤਾਂ ਸਾਡਾ ਜਿਹੜਾ ਇੱਕ ਡੈਡਲਾਈਨਸ ਹੁੰਦੀਆਂ, ਅਸੀਂ ਹਮੇਸ਼ਾ ਡੈਡਲਾਈਨਸ ਦੇ ਉੱਤੇ ਕੰਮ ਕਿਉਂ ਕਰਦੇ, ਕਿਉਂ ਰਸ਼ ਕਰਦੇ ਹਾਂ ਕਿ ਇਹ ਕੰਮ ਡੈਡਲਾਈਨ ਦੇ ਉੱਤੇ ਵੀ ਹੋਣਾ ਚਾਹੀਦਾ ਔਰ ਇਹਦੀ ਕੁਆਲਿਟੀ ਵੀ ਪ੍ਰੋਪਰ ਹੋਣੀ ਚਾਹੀਦੀ। ਬਿਕਾਜ਼ ਸਾਨੂੰ ਪਤਾ ਕਿ ਸਾਡੇ ਉੱਪਰ ਕੋਈ ਹੈਗਾ ਜਿਹਨੇ ਸਾਨੂੰ ਪੁੱਛ ਲੈਣਾ ਕਿ ਇਹ ਕੰਮ ਤੈਨੂੰ ਦਿੱਤਾ ਸੀਗਾ, ਤੂੰ ਇਹਦਾ ਕੀ ਕੀਤਾ ਆ, ਰਾਈਟ। ਹੁਣ ਉਹ ਜਿਹੀ ਜਿਹੜੀ ਉਹ ਜਦੋਂ ਸਾਨੂੰ ਉਹੋ ਜਿਹਾ ਇੱਕ ਮੈਂ ਤਾਂ ਨਹੀਂ ਕਹੂੰਗੀ ਡੰਡਾ, ਬਟ ਇਹੋ ਜਿਹੀ ਜਦੋਂ ਸੁਪਰਵਿਜ਼ਨ ਫੀਲ ਹੁੰਦੀ ਆ ਨਾ, ਤਾਂ ਉਦੋਂ ਅਸੀਂ ਜ਼ਿਆਦਾ ਆਪਣੇ ਆਪ ਦੇ ਵਿੱਚ ਰਿਸਪੋਂਸੀਬਲ ਹੋ ਜਾਂਦੇ ਹਾਂ। ਇਸੇ ਤਰੀਕੇ ਨਾਲ ਮੈਂ ਅਗਰ ਆਪਣੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਜੋ ਮੈਂ ਰੋਜ਼ ਕੰਮ ਕਰ ਰਹੀ ਹਾਂ, ਉਹਨਾਂ ਕੰਮਾਂ ਦੇ ਵਿੱਚ ਵੀ, ਚਾਹੇ ਉਹ ਮੈਂ ਖਾਣਾ ਬਣਾ ਰਹੀ ਹਾਂ, ਚਾਹੇ ਮੈਂ ਕਿਸੇ ਬਾਰੇ ਕੋਈ ਗੱਲ ਕਰ ਰਹੀ ਹਾਂ, ਚਾਹੇ ਮੈਂ ਕਿਸੇ ਦੇ ਚੰਗੇ ਬਾਰੇ ਗੱਲ ਕਰ ਰਹੀ ਹਾਂ, ਚਾਹੇ ਬੁਰੇ ਬਾਰੇ ਗੱਲ ਕਰ ਰਹੀ ਹਾਂ, ਪਰ ਅਗਰ ਮੈਂ ਗੱਲ ਕਰ ਰਹੀ ਹਾਂ ਔਰ ਮੈਨੂੰ ਇਹ ਲੱਗਦਾ ਆ ਕਿ ਮੇਰੇ ਨਾਲ ਕੋਈ ਗਾਈਡਿੰਗ ਫੋਰਸ ਹੈ, ਮੈਨੂੰ ਕੋਈ ਦੇਖ ਰਿਹਾ, ਮੈਂ ਗੁਰੂ ਨਾਨਕ ਪਾਤਸ਼ਾਹ ਨੂੰ ਜਵਾਬਦੇਹ ਹਾਂ ਆਪਣੇ ਕਰਮਾਂ ਦੇ ਲਈ। ਅਗਰ ਅੱਜ ਮੈਂ ਬੈਠੀ ਕਿਸੇ ਦੇ ਪਿੱਠ ਪਿੱਛੇ ਚੁਗਲੀਆਂ ਕਰ ਰਹੀ ਹਾਂ, ਜਾਂ ਮੈਂ ਇਹ ਸੋਚ ਰਹੀ ਹਾਂ ਕਿ ਫਲਾਣੇ ਬੰਦੇ ਦਾ ਕੰਮ ਤਾਂ ਨਾ ਹੀ ਬਣੇ, ਤਾਂ ਮੈਂ ਗੁਰੂ ਨਾਨਕ ਨੂੰ ਆਨਸਰੇਬਲ ਹਾਂ ਕਿ ਮੈਂ ਇਹ ਕਿਉਂ ਕੀਤਾ। ਜਦੋਂ ਮੇਰੇ ਅੰਦਰ ਇਹ ਗੱਲ ਆ ਜੂਗੀ ਤਾਂ ਫਿਰ ਮੇਰਾ ਧਰਮ ਬਣਨਾ ਸ਼ੁਰੂ ਹੋ ਜੂਗਾ, ਫਿਰ ਮੈਂ ਧਾਰਮਿਕ ਹੋਣੀ ਸ਼ੁਰੂ ਹੋ ਜੂੰਗੀ। ਧਾਰਮਿਕ ਇੱਕ ਬਹੁਤ ਵਧੀਆ ਬਹੁਤ ਬੜਾ ਰਿਸਪੋਂਸਿਬਿਲਿਟੀ ਵਾਲਾ ਵਰਡ ਸੀ ਜਿਹਨੂੰ ਅਸੀਂ ਐਵੇਂ ਰੋਲ ਦਿੱਤਾ। ਅਕਸਰ ਇੱਕ ਗੱਲ ਸਾਹਮਣੇ ਆ ਜਾਂਦੀ ਆ, ਇਹ ਮੈਂ ਪਹਿਲਾਂ ਵੀ ਕਰ ਚੁੱਕੀ ਹਾਂ, ਕਿ ਜਦੋਂ ਅਸੀਂ ਇੱਕ ਗੱਲ ਕਰਦੇ ਹਾਂ ਨਾ ਕਿ ਅਕਸਰ ਕਹਿ ਦਿੰਦੇ ਆ ਕਿ ਤੁਸੀਂ ਕੌਣ ਹੋ ਜੀ, ਮੈਂ ਦੇਖੋ ਪਹਿਲਾਂ ਮੈਂ ਇਨਸਾਨ ਹਾਂ, ਉਸ ਤੋਂ ਬਾਅਦ ਮੈਂ ਸਿੱਖ ਹਾਂ, ਉਸ ਤੋਂ ਬਾਅਦ ਮੈਂ ਮੁਸਲਮਾਨ ਹਾਂ, ਉਸ ਤੋਂ ਬਾਅਦ ਮੈਂ ਕ੍ਰਿਸਚਨ ਹਾਂ, ਉਸ ਤੋਂ ਬਾਅਦ ਮੈਂ ਕੁਛ ਹੋਰ ਹਾਂ। ਇਹ ਗੱਲਾਂ ਅਕਸਰ ਆਮ ਚੱਲਣ ਲੱਗ ਜਾਂਦੀਆਂ। ਕਿਉਂਕਿ ਅਸੀਂ ਇੱਕ ਸੋਚ ਲਿਆ ਕਿ ਬੀਇੰਗ ਹਿਊਮਨ ਇਜ਼ ਦ ਬੈਸਟ ਥਿੰਗ। ਬਿਲਕੁਲ ਠੀਕ ਗੱਲ ਆ, ਬੀਇੰਗ ਹਿਊਮਨ ਇਜ਼ ਦ ਬੈਸਟ ਥਿੰਗ। ਪਰ ਅਗਰ ਹੁਣ ਕੋਈ ਮੈਨੂੰ ਪੁੱਛੇ ਕਿ ਤੂੰ ਪਹਿਲਾਂ ਕੀ ਆ, ਤਾਂ ਮੇਰਾ ਜਵਾਬ ਹਮੇਸ਼ਾ ਹੀ ਇਹ ਰਹਿੰਦਾ ਆ ਕਿ ਮੈਂ ਪਹਿਲਾਂ ਸਿੱਖ ਹਾਂ, ਉਸ ਤੋਂ ਬਾਅਦ ਇਨਸਾਨ ਆ। ਉਹਦਾ ਕਾਰਨ ਕੀ ਆ? ਦੇਖੋ, ਜਦੋਂ ਮੈਂ ਪੈਦਾ ਹੋਈ ਸੀ ਤਾਂ ਮੈਂ ਉਹੀ ਆਪਾਂ ਸਾਰੇ ਮਾਸ ਔਰ ਹੱਡੀਆਂ ਅਤੇ ਬਲੱਡ ਇਹਦੇ ਹੀ ਬਣੇ ਹੁੰਦੇ ਹਾਂ, ਹੈ ਨਾ। ਵੀ ਆਲ ਆਰ ਮੇਡ ਅਪ ਆਫ ਆਲ ਦੋਜ਼ 3 ਥਿੰਗਸ। ਕੋਈ ਵੀ ਬੰਦਾ ਵੱਖਰਾ ਨਹੀਂ ਹੁੰਦਾ। ਤੋ ਆਪਾਂ ਸਾਰੇ ਪੈਦਾ ਤਾਂ ਇਨਸਾਨ ਹੀ ਹੁੰਦੇ ਹਾਂ ਨਾ। ਆਪਾਂ ਅਗਰ ਇਸ ਰੇਸ ਨੂੰ ਅਗਰ ਆਪਾਂ ਇਨਸਾਨ ਕਹਿੰਦੇ ਹਾਂ ਤਾਂ ਇਹ ਸਾਰੇ ਪੈਦਾ ਤਾਂ ਇਨਸਾਨ ਹੀ ਹੁੰਦੇ ਆ। ਉਸ ਤੋਂ ਬਾਅਦ ਐਸਾ ਕੀ ਘਟਦਾ ਆ ਕਿ ਕੋਈ ਇੱਕ ਇਨਸਾਨ ਜਿਹੜਾ ਆ ਉਹ ਹਿਟਲਰ ਬਣ ਜਾਂਦਾ ਆ। ਚਲੋ ਹਿਟਲਰ ਨੂੰ ਛੱਡੋ, ਕੋਈ ਇੱਕ ਐਸਾ, ਕਿਉਂਕਿ ਹਿਟਲਰ ਫਿਰ ਕਹਿ ਦਾਂਗੇ ਵੀ ਉਹ ਧਰਮ ਦੇ ਨਾਲ ਸ਼ਾਇਦ ਰਿਲੇਟਡ ਸੀ, ਤਾਂ ਕੋਈ ਐਸਾ ਜੋ ਬੰਦਾ ਸਟੈਲਿਨ ਬਣ ਜਾਂਦਾ, ਜਿਹਦੀ ਰੈੱਡ ਆਰਮੀ ਜਿਹੜੀ ਆ ਉਹ ਕੀ ਨਹੀਂ ਕਰਦੀ। ਸਾਨੂੰ ਸਾਰਿਆਂ ਨੂੰ ਇਹ ਪਤਾ ਆ, ਇਹ ਇਤਿਹਾਸ ਗਵਾਹ ਆ। ਕੋਈ ਬੰਦਾ ਜਿਹੜਾ ਉਹ ਧਰਮ ਨੂੰ ਮੰਨਦਾ ਵੀ ਨਹੀਂ, ਪਰ ਫਿਰ ਵੀ ਉਹ ਬੜਾ ਅਜੀਬ, ਬੜੇ ਡਿਫਰੈਂਟ ਤਰੀਕੇ ਨਾਲ ਉਹ ਕ੍ਰਿਮੀਨਲ ਵੀ ਹੋ ਜਾਂਦਾ। ਉਹ ਬੇਸਿਕਲੀ ਕੀ ਹੁੰਦਾ ਹੈ, ਤਾਂ ਸਾਰੇ ਇਨਸਾਨ ਹੀ। ਫਿਰ ਬਦਲਦਾ ਕੀ ਆ? ਬਦਲਦੀਆਂ ਹੈ ਤੁਹਾਡੀਆਂ ਟੀਚਿੰਗਸ। ਜਦੋਂ ਤੱਕ ਮੈਂ ਸਿਰਫ ਇਨਸਾਨ ਸੀ ਨਾ, ਮੇਰੇ ਅੰਦਰ ਹਰ ਤਰ੍ਹਾਂ ਦੇ ਸ਼ਾਇਦ ਵਿਕਾਰ ਵੀ ਸੀ, ਗਲਤੀਆਂ ਵੀ ਸੀ। ਮੈਂ ਨਹੀਂ ਕਹਿ ਰਹੀ ਕਿ ਗਲਤੀਆਂ ਤੋਂ ਮੈਂ ਮੁਕਤ ਹੋ ਗਈ, ਕਿਉਂਕਿ ਹਜੇ ਪੂਰੀ ਤਰ੍ਹਾਂ ਨਾਲ ਆਪਾਂ ਸਿੱਖ ਹੋਏ ਨਹੀਂ। ਜਿਸ ਦਿਨ ਸਿੱਖ ਹੋ ਗਏ ਉਸ ਦਿਨ ਫਿਰ ਚਿਹਰੇ ਤੋਂ ਪਤਾ ਲੱਗ ਜਾਣਾ ਕਿ ਇਹ ਹੁਣ ਬਦਲ ਗਏ, ਇੱਥੇ ਗੇਮ ਹੋ ਗਈ, ਹੈ ਨਾ। ਇਹਦੇ ਵਿੱਚ ਹੁਣ
ਇੰਪਰੂਵਮੈਂਟ ਦੀ ਕੋਈ ਲੋੜ ਨਹੀਂ ਰਹੀ, ਜਦੋਂ ਫਿਰ ਫੇਸ ਤੋਂ ਨਜ਼ਰ ਆ ਜਾਣਾ। ਪਰ ਜਦੋਂ ਤੱਕ ਮੈਂ ਸਿਰਫ ਇੱਕ ਇਨਸਾਨ ਸੀ ਤਾਂ ਮੇਰੇ 'ਚ ਹਰ ਇੱਕ ਤਰ੍ਹਾਂ ਦੀਆਂ ਮੈਨੂੰ ਚੁਗਲੀ, ਮੈਂ ਕੰਪੀਟੀਸ਼ਨ, ਅਨਹੈਲਦੀ ਕੰਪੀਟੀਸ਼ਨ ਦੇ ਵਿੱਚ ਵੀ ਤੁਸੀਂ ਹੁੰਦੇ ਹੋ। ਬਟ ਦੈਨ ਜਦੋਂ ਸਿੱਖੀ ਦੇ ਲੜ ਲੱਗੀ ਹਾਂ, ਉਸ ਤੋਂ ਬਾਅਦ ਜਦੋਂ ਮੈਨੂੰ ਸਮਝ ਲੱਗਣਾ ਸ਼ੁਰੂ ਹੋਇਆ ਕਿ ਅੱਛਾ ਮੇਰਾ ਗੁਰੂ ਮੈਨੂੰ ਕੀ ਕਹਿ ਰਿਹਾ, ਤਾਂ ਉਸ ਤੋਂ ਬਾਅਦ ਚੀਜ਼ਾਂ ਬਦਲਣੀਆਂ ਸ਼ੁਰੂ ਹੋਈਆਂ। ਫਿਰ ਮੈਨੂੰ ਲੱਗਦਾ ਕਿ ਮੈਂ ਇਨਸਾਨੀਅਤ ਵੱਲ ਤਾਂ ਉਦੋਂ ਗਈ ਹਾਂ, ਪਹਿਲਾਂ ਮੈਂ ਸਿੱਖੀ ਵੱਲ ਆਈ ਹਾਂ, ਉਸ ਤੋਂ ਬਾਅਦ ਸਿੱਖੀ ਨੇ ਮੈਨੂੰ ਇਨਸਾਨੀਅਤ ਦੇ ਰਾਹ 'ਤੇ ਤੋਰਿਆ। ਹੁਣ ਇਹੀ ਚੀਜ਼ਾਂ ਆਪਾਂ ਆਮ ਜ਼ਿੰਦਗੀ ਦੇ ਵਾਸਤੇ ਵੀ ਦੇਖ ਸਕਦੇ ਹਾਂ। ਕੋਈ ਸਪੋਰਟਸਮੈਨ ਆ, ਉਹ ਹੋ ਸਕਦਾ ਜਦੋਂ ਸਪੋਰਟਸਮੈਨ ਨਹੀਂ ਸੀ ਉਸ ਤੋਂ ਪਹਿਲਾਂ ਇਨਸਾਨ ਤਾਂ ਉਹ ਪਹਿਲਾਂ ਵੀ ਸੀਗਾ, ਬਟ ਉਹਦੇ 'ਚ ਜਿਹੜਾ ਉਹ ਸਪੋਰਟਸਮੈਨ ਸਪਿਰਿਟ ਨਾ ਹੋਵੇ ਪਹਿਲਾਂ। ਪਰ ਜਦੋਂ ਸਪੋਰਟਸਮੈਨ ਬਣ ਗਿਆ, ਉਹ ਇੱਕ ਰੂਲਸ ਐਂਡ ਰੈਗੂਲੇਸ਼ਨਸ ਦੇ ਅੰਡਰ ਰਿਹਾ, ਤਾਂ ਉਹਦੇ 'ਚ ਉਹ ਸਪੋਰਟਸਮੈਨ ਸਪਿਰਿਟ ਆ ਗਈ। ਸਿਰਫ ਇੱਕ ਪਾਸਾ ਆਇਆ ਸਪੋਰਟਸਮੈਨ ਸਪਿਰਿਟ ਦਾ। ਤਾਂ ਉਸ ਤੋਂ ਬਾਅਦ ਜਦੋਂ ਉਹ ਨਿਕਲੂਗਾ, ਉਹ ਆਪਣੀ ਲਾਈਫ ਨੂੰ ਵੀ ਉਸੇ ਤਰੀਕੇ ਨਾਲ ਦੇਖੂਗਾ। ਉਹ ਹਰ ਖਿੱਤੇ ਦੇ ਵਿੱਚ ਉਹ ਸਪੋਰਟਸਮੈਨ ਸਪਿਰਿਟ ਜਿਹੜੀ ਆ ਉਹ ਨਾਲ ਲੈ ਕੇ ਚੱਲੂਗਾ। ਸੋ ਉਹ ਉਹਦਾ ਧਰਮ ਬਣ ਗਿਆ। ਇਸੇ ਤਰੀਕੇ ਨਾਲ ਸੋ ਜਿਹੜਾ ਧਰਮ ਵਰਡ ਹੈ ਨਾ, ਆਪਾਂ ਸਭ ਤੋਂ ਪਹਿਲਾਂ ਤਾਂ ਇਹਨੂੰ ਸਮਝਣਾ ਸ਼ੁਰੂ ਕਰੀਏ ਅਤੇ ਇਹਨੂੰ ਆਪਾਂ ਬਹੁਤਾ ਨੈਗੇਟਿਵ ਨਾ ਮੰਨਣਾ ਸ਼ੁਰੂ ਕਰੀਏ, ਕਿਉਂਕਿ ਲੋਕ ਇਸ ਧਰਮ ਤੁਸੀਂ ਜਦੋਂ ਕਿਸੇ ਨੂੰ ਕਹੋ ਜਾਂ ਤੁਹਾਨੂੰ ਲੋਕ ਅਕਸਰ ਦਿਖ ਜਾਣਗੇ ਜਿਹੜਾ ਤੁਹਾਡਾ ਮਜ਼ਾਕ ਵੀ ਉਡਾਉਣਗੇ, ਜਦੋਂ ਤੁਸੀਂ ਕਹੋਗੇ ਮੈਂ ਬੜੇ ਧਾਰਮਿਕ ਖਿਆਲਾਂ ਦਾ ਹਾਂ, ਤਾਂ ਤੁਹਾਨੂੰ ਦੇ ਲੁੱਕ ਡਾਊਨ ਟੂ ਯੂ ਕਿ ਲੈ ਅੱਛਾ ਫਿਰ ਦਾ ਮਤਲਬ ਇਹਦੇ ਦਿਮਾਗ 'ਚ ਕੁਛ ਨਹੀਂ ਹੈਗਾ, ਇਹ ਰੈਸ਼ਨਲ ਨਹੀਂ ਹੈਗਾ। ਤਾਂ ਉਦੋਂ ਤੁਹਾਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਆ ਕਿ ਧਰਮ ਦਾ ਮਤਲਬ ਸਿਰਫ ਇੰਨਾ ਹੁੰਦਾ ਆ ਜਦੋਂ ਤੁਹਾਡੇ ਕਰਮ ਜਿਹੜੇ ਨੇ ਉਹ ਧਰਮ ਬਣ ਜਾਣ। ਜਦੋਂ ਤੁਸੀਂ ਜੋ ਕਰ ਰਹੇ ਹੋ ਉਹ ਤੁਸੀਂ ਰਿਸਪੋਂਸਿਬਿਲਿਟੀ ਨਾਲ ਕਰਦੇ ਹੋ ਕਿ ਤੁਸੀਂ ਕਿਸੇ ਨੂੰ ਜਵਾਬਦੇਹ ਹੋ, ਉਹ ਉਸ ਟਾਈਮ 'ਤੇ ਜਾ ਕੇ ਤੁਸੀਂ ਇੱਕ ਪ੍ਰੋਪਰ ਹਿਊਮਨ ਬੀਇੰਗ ਬਣਦੇ ਹੋ। ਉਦੋਂ ਤੁਸੀਂ ਇਨਸਾਨੀਅਤ ਵੱਲ ਜਾਂਦੇ ਹੋ। ਅਦਰਵਾਈਜ਼ ਇਨਸਾਨ ਤਾਂ ਸਾਰੇ ਹੀ ਪੈਦਾ ਹੁੰਦੇ ਆ। ਉਸ ਤੋਂ ਪਹਿਲਾਂ ਇਹ ਇੱਕ ਬੜੀ ਸਵੀਪਿੰਗ ਸਟੇਟਮੈਂਟ ਆ ਔਰ ਅਕਸਰ ਲੋਕ ਦਿੰਦੇ ਆ ਕਿ ਅਸੀਂ ਪਹਿਲਾਂ ਇਨਸਾਨ ਆ। ਤਾਂ ਫਿਰ ਇਨਸਾਨ ਦੀ ਡੈਫੀਨੇਸ਼ਨ ਕੀ ਆ? ਆਪਾਂ ਉੱਧਰ ਨੂੰ ਚੱਲੀਏ ਕਿ ਇਨਸਾਨ ਹੈ, ਇਨਸਾਨ ਦੀ ਡੈਫੀਨੇਸ਼ਨ ਕੀ ਆ, ਕਿ ਕਿਸ ਤਰ੍ਹਾਂ ਦਾ ਇਨਸਾਨ ਹੋਣਾ ਚਾਹੀਦਾ ਆ, ਹੈ ਨਾ। ਹੁਣ ਜਿਹੜਾ ਕਿਸ ਤਰ੍ਹਾਂ ਦਾ ਇਨਸਾਨ ਹੋਣਾ ਚਾਹੀਦਾ ਨਾ, ਜਦੋਂ ਆਪਾਂ ਉੱਧਰ ਜਾਵਾਂਗੇ ਤਾਂ ਫਿਰ ਸਾਨੂੰ ਗੁਰੂ ਨਾਨਕ ਚਾਹੀਦੇ ਹੋਣਗੇ, ਕਿਉਂਕਿ ਗੁਰੂ ਨਾਨਕ ਦੀਆਂ ਜਿਹੜੀਆਂ ਸਿੱਖਿਆਵਾਂ ਨੇ, ਜੇ ਤੁਸੀਂ ਉਹਨਾਂ ਨੂੰ ਇਹ ਮੰਨ ਕੇ ਆਪਾਂ ਚੱਲੀਏ ਕਿ ਗੁਰੂ ਨਾਨਕ ਦੀਆਂ ਜਿਹੜੀਆਂ ਉਹ ਤੁਹਾਨੂੰ ਰੈਵੋਲਿਊਸ਼ਨਰੀ ਆ ਜਾਂ ਉਹਨਾਂ ਦੀਆਂ ਜਿਹੜੀਆਂ ਟੀਚਿੰਗਸ ਆ ਉਹ ਸੋਸ਼ਲ ਜਾਂ ਕਲਚਰਲ ਜਾਂ ਰਿਲੀਜੀਅਸ ਪਰਸਪੈਕਟਿਵ ਤੋਂ ਬੜੀਆਂ ਡਿਫਰੈਂਟ ਆ। ਬੇਸਿਕਲੀ ਉਹ ਡਿਵਾਈਨ ਟੀਚਿੰਗਸ ਆ, ਤੁਹਾਨੂੰ ਉਹੀ ਸਿਖਾਉਂਦੀਆਂ ਜੋ ਤੁਸੀਂ ਇਨਸਾਨੀਅਤ ਦੇ ਵਿੱਚ ਸਿੱਖੋਗੇ। ਤਾਂ ਇਨਸਾਨੀਅਤ ਅਤੇ ਸਿੱਖੀ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਆ। ਇਨਸਾਨੀਅਤ ਅਤੇ ਸਿੱਖੀ ਇੱਕ ਦੂਜੇ ਦਾ ਰੈਪਲੀਕਾ ਆ। ਹੁਣ ਬਹੁਤ ਲੋਕ ਇਹ ਮੇਰੇ ਨਾਲ ਇਸ ਗੱਲ ਦੇ ਉੱਤੇ ਆ ਜਾਂਦੇ ਆ ਕਿ ਫਿਰ ਤਾਂ ਸਾਰੇ ਧਰਮ ਹੀ ਜੀ ਕਹਿਣਗੇ ਕਿ ਅਸੀਂ ਸਾਰੇ ਹੀ ਇਨਸਾਨੀਅਤ ਦਾ ਰੈਪਲੀਕਾ ਆ। ਕਹਿ ਸਕਦੇ ਆ, ਉਹ ਫਰੀ ਆ ਇਹ ਗੱਲ ਕਹਿਣ ਨੂੰ, ਪਰ ਫਿਰ ਤੁਹਾਨੂੰ ਸਿਰਫ ਕਹਿਣ ਦੇ ਨਾਲ ਗੱਲ ਨਹੀਂ ਬਣਦੀ ਹੁੰਦੀ, ਫਿਰ ਸਾਨੂੰ ਪ੍ਰੂਵ ਕਰਨਾ ਪੈਂਦਾ ਹੁੰਦਾ ਆ ਕਿ ਕਿਆ ਵਾਕਈ ਹੀ ਸਾਰੇ ਇੱਕ ਜਿਹੜਾ ਇਨਸਾਨ ਕੋਲੋਂ ਜਿਹੜੀਆਂ ਚੀਜ਼ਾਂ ਦੀ ਜੋ ਐਕਸਪੈਕਟੇਸ਼ਨਸ ਹੋ ਸਕਦੀਆਂ ਸਮਾਜ ਨੂੰ, ਕਿਆ ਉਹ ਹਰ ਕੋਈ ਇੱਦਾਂ ਦੀਆਂ ਹੀ ਦਿੰਦਾ ਜਿੱਦਾਂ ਦੀ ਸਿੱਖੀ ਦਿੰਦੀ ਆ? ਅਗਰ ਹਾਂ ਤਾਂ ਠੀਕ ਆ, ਕਹੋ, ਤੁਸੀਂ ਫਰੀ ਆ ਕਹਿਣ ਨੂੰ। ਅਗਰ ਨਹੀਂ ਤਾਂ ਫਿਰ ਮੰਨਣਾ ਪਊਗਾ ਕਿ ਸਿੱਖੀ ਅਤੇ ਇਨਸਾਨੀਅਤ ਇੱਕ ਦੂਜੇ ਦਾ ਹੀ ਜਿਹੜਾ ਸਿਨੋਨਿਮਸ ਨੇ, ਹੈ ਨਾ। ਫਿਰ ਆਪਾਂ ਇਹ ਨਾ ਕਿਹਾ ਕਰੀਏ ਜਿਹੜਾ ਸਿੱਖ ਹੈ ਉਹ ਆਪਣੇ ਆਪ ਹੀ ਇਨਸਾਨ ਹੈ। ਉਹ ਇਨਸਾਨ ਹੀ ਉਦੋਂ ਬਣਦਾ ਜਦੋਂ ਤੁਸੀਂ ਸਿੱਖ ਬਣ ਜਾਂਦੇ ਹੋ। ਇਹ ਮੇਰੀ ਆਪਣੀ ਜਿਹੜੀ ਥੋਟ ਪ੍ਰੋਸੈਸ ਹੈਗਾ, ਇਹ ਮੇਰੀ ਆਪਣੀ ਆਈਡੀਆ, ਮੇਰਾ ਵਿਊ ਆ। ਹੋ ਸਕਦਾ ਮੇਰੇ ਨਾਲ ਕੋਈ ਨਾ ਵੀ ਕਰਦਾ ਹੋਵੇ ਅਗਰੀ, ਬਟ ਦੈਟ ਇਜ਼ ਓਕੇ, ਕਿਉਂਕਿ ਉਹ ਤੁਹਾਡੇ ਆਪਣੇ ਵਿਊਜ਼ ਆ। ਪਰ ਜਦੋਂ ਤੁਸੀਂ ਜਿਹੜੇ ਸਿੱਖੀ ਨੂੰ ਸਹੀ ਤਰੀਕੇ ਨਾਲ ਆਪਣੇ ਅੰਦਰ ਘੋਲ ਕੇ ਪੀ ਗਏ, ਜਿਹੜੇ ਸਮਝ ਗਏ, ਤਾਂ ਉਹ ਫਿਰ ਕਿਸੇ ਦੇ ਲਈ, ਕਿਸੇ ਦੇ ਜਨੇਊ ਦੇ ਖਾਤਰ ਆਪਣੇ ਆਪ ਨੂੰ ਉਹਨਾਂ ਨੇ ਆਪਣੇ ਗੁਰੂ ਤੋਂ ਪਹਿਲਾਂ ਸ਼ਹਾਦਤ ਵੀ ਦੇ ਦਿੱਤੀ। ਜਿਹੜੇ ਸਿੱਖੀ ਨੂੰ ਸਮਝ ਗਏ, ਉਹ ਨਹੀਂ ਤਾਂ ਉਹਨਾਂ ਨੂੰ ਕੀ ਸੀਗਾ ਕਿ ਜਨੇਊ ਕਿਸੇ ਦੇ ਲੱਥ ਰਹੇ ਆ। ਉਹ ਆਪਣੇ ਗੁਰੂ ਨੂੰ, ਸਗੋਂ ਜੇ ਅੱਜ ਕੱਲ੍ਹ ਦੇ ਸਿੱਖ ਹੁੰਦੇ ਨਾ ਤਾਂ ਆਪਣੇ ਗੁਰੂ ਨੂੰ ਸਮਝਾਉਂਦੇ ਕਿ ਲੈ ਤੁਸੀਂ ਕਿੱਧਰ ਚੱਲੇ ਆ, ਇਹ ਤਾਂ ਸਾਡੇ ਦੁਸ਼ਮਣ ਆ, ਛੱਡੋ ਪਰ ਇਹਨਾਂ ਨੂੰ ਮਰਨ ਦਿਓ। ਪਰ ਨਹੀਂ, ਉਹਨਾਂ ਨੂੰ ਸਿਰਫ ਆਪਣੇ ਗੁਰੂ ਔਰ ਉਹਨਾਂ ਦੇ ਵਿੱਚ ਸਿੱਖੀ ਸੀਗੀ ਔਰ ਉਹਨਾਂ ਨੂੰ ਹਿਊਮਨ ਰਾਈਟਸ ਦਾ ਪਤਾ ਸੀਗਾ। ਤਾਂ ਉਸ ਤੋਂ ਵੱਧ ਹਿਊਮਨ ਰਾਈਟਸ ਦੀ ਗੱਲ ਹੋਰ ਕੌਣ ਕਰੂਗਾ? ਯੂਨਾਈਟਿਡ ਨੇਸ਼ਨਸ ਆਫ ਹਿਊਮਨ ਰਾਈਟਸ ਅੱਜ ਸਭ ਤੋਂ ਵੱਡੀ ਸੰਸਥਾ ਆ। ਉਹਨਾਂ ਨੂੰ ਹੀ ਪੁੱਛ ਲਿਓ, ਜਿਨ੍ਹਾਂ ਦੀ ਵੀ ਉੱਥੇ ਪਹੁੰਚ ਹੈ, ਕਿ ਕੋਈ ਇੱਕ ਐਸਾ ਇਨਸਾਨ, ਕੋਈ ਇੱਕ ਐਸੀ ਇੰਸੀਡੈਂਟਸ ਪੂਰੀ ਦੁਨੀਆ ਦੇ ਵਿੱਚ ਜਿੱਥੇ ਕਿਸੇ ਹੋਰ ਦੇ ਹਿਊਮਨ ਰਾਈਟਸ ਵਾਸਤੇ ਕਿਸੇ ਇੱਕ ਨੇ ਆਪਣੀ ਸ਼ਹੀਦੀ ਦੇ ਦਿੱਤੀ ਹੋਵੇ ਜਿਹਦਾ ਉਹਦੇ ਨਾਲ ਕੋਈ ਲੈਣ ਦੇਣ ਵੀ ਨਹੀਂ, ਤਾਂ ਤੁਹਾਨੂੰ ਮਿਲੂਗਾ ਕਿ ਨਹੀਂ। ਔਰ ਐਸੀ ਸਿਰਫ ਇੱਕੋ ਹੀ ਮਿਸਾਲ ਆ, ਉਹ ਸਿੱਖਾਂ ਦੇ ਵਿੱਚ ਮਿਲਦੀ ਆ। ਤਾਂ ਫਿਰ ਆਪਾਂ ਸਿੱਖੀ ਨੂੰ ਇਨਸਾਨੀਅਤ ਤੋਂ ਡਿਫਰੈਂਟ ਕਰਕੇ ਕਿੱਦਾਂ ਦੇਖ ਸਕਦੇ ਹਾਂ? ਤਾਂ ਜਿਹੜੀ
ਪਹਿਲੀ ਗੱਲ ਜਦੋਂ ਆਪਾਂ ਕਹਿੰਦੇ ਹਾਂ ਗੁਰੂ ਨਾਨਕ ਲਈ ਧਿਆਏ, ਤਾਂ ਆਪਾਂ ਇਹ ਸਮਝ ਲਈਏ ਕਿ ਗੁਰੂ ਨਾਨਕ ਨੇ ਸਾਨੂੰ ਸਿੱਖੀ ਦਿੱਤੀ ਆ ਜਿਹੜੀ ਕਿ ਇਨਸਾਨੀਅਤ ਤੱਕ ਤੁਹਾਨੂੰ ਪਹੁੰਚਾਉਣ, ਤੁਹਾਨੂੰ ਇਨਸਾਨ ਤੋਂ ਜਿਹੜਾ ਤੁਸੀਂ ਪੈਦਾ ਹੋਏ ਆ ਨਾ ਇੱਕ ਸਰੀਰ, ਉਸ ਤੋਂ ਤੁਹਾਨੂੰ ਇਨਸਾਨ ਬਣਾਉਣ ਵੱਲ ਲੈ ਕੇ ਜਾਊਗੀ। ਤੋ ਇਸ ਚੀਜ਼ ਨੂੰ ਆਪਾਂ ਆਪਣੇ ਅੰਦਰ ਸਮਾ ਲਈਏ ਕਿ ਰਿਲੀਜੀਅਸ ਹੋਣਾ ਤੁਹਾਡੇ ਲਈ ਕੋਈ ਮਾੜੀ ਗੱਲ ਨਹੀਂ ਆ। ਸਿੱਖਾਂ ਦੇ ਵਿੱਚ ਇਹ ਜਿਹੜੀ ਇਨਫੀਰੀਓਰਿਟੀ ਕੰਪਲੈਕਸ ਇੰਨਾ ਜ਼ਿਆਦਾ ਕੁੱਟ ਕੇ ਭਰ ਦਿੱਤਾ ਗਿਆ ਹੈ, ਔਰ ਅਸੀਂ ਪ੍ਰਭਾਵ ਹੀ ਲਿਆ ਹੈ ਕਿ ਜਦੋਂ ਵੀ ਅਸੀਂ ਕਹਿੰਦੇ ਹਾਂ ਤਾਂ ਅਸੀਂ ਸਭ ਤੋਂ ਵੱਧ ਇਹ ਸਿੱਖ ਹੀ ਕਹਿੰਦੇ ਆ ਕਿ ਅਸੀਂ ਪਹਿਲਾਂ ਇਨਸਾਨ ਆ, ਹੋਰ ਕੋਈ ਨਹੀਂ ਕਹਿੰਦਾ। ਸਾਰੇ ਕਹਿੰਦੇ ਆ ਆਈ ਐਮ ਕ੍ਰਿਸਚਨ, ਆਈ ਐਮ ਮੁਸਲਿਮ, ਔਰ ਬੜੇ ਪ੍ਰਾਊਡਲੀ ਕਹਿੰਦੇ ਆ। ਸਿਰਫ ਸਾਡੇ ਸਿੱਖ ਆ ਜੋ ਕਹਿੰਦੇ ਆ ਕਿ ਨਹੀਂ ਪਹਿਲਾਂ ਤਾਂ ਮੈਂ ਇਨਸਾਨ ਆ, ਉਸ ਤੋਂ ਬਾਅਦ ਮੈਂ ਸਿੱਖ ਹਾਂ। ਔਰ ਫਿਰ ਮੈਂ ਉਹਨਾਂ ਭਲਿਆ ਮਾਨਸਾਂ ਨੂੰ ਪੁੱਛਦੀ ਹਾਂ ਕਿ ਅੱਛਾ ਫਿਰ ਤੁਸੀਂ ਇਨਸਾਨ ਹੋ, ਇਹਦੀ ਡੈਫੀਨੇਸ਼ਨ ਦੱਸੋ, ਐਂਡ ਦੈਨ ਬਲੈਂਕ, ਕਿਉਂਕਿ ਡੈਫੀਨੇਸ਼ਨ ਕੀ ਆ ਇਨਸਾਨ ਹੋਣ ਦੀ। ਫਿਰ ਉਹੀ ਗੱਲ ਦੁਬਾਰਾ ਆ ਗਈ, ਹੈ ਨਾ। ਤਾਂ ਇੱਕ ਤਾਂ ਇਹ ਗੱਲ ਆਪਾਂ ਸਮਝ ਲਈਏ ਕਿ ਜੋ ਸਾਡੇ ਗੁਰੂ ਨੇ ਇੱਕ ਤੁਹਾਨੂੰ ਸਟਰਕਚਰ ਤਿਆਰ ਕਰਕੇ ਦੇ ਦਿੱਤਾ ਹੈ ਨਾ, ਉਹ ਕੋਈ ਹੋਰ ਨਹੀਂ ਦੇ ਸਕਦਾ। ਅਤੇ ਜੇ ਆਪਾਂ ਉਸ ਸਟਰਕਚਰ ਨੂੰ ਨਹੀਂ ਸੰਭਾਲ ਸਕੇ ਤਾਂ ਸਾਡੇ ਸਿਰ ਇਲਜ਼ਾਮ ਹੈ, ਉਹ ਗੁਰੂ ਦੇ ਸਿਰ ਇਲਜ਼ਾਮ ਨਹੀਂ, ਉਹ ਸਿੱਖੀ ਦੇ ਸਿਰ ਇਲਜ਼ਾਮ ਨਹੀਂ ਆਪਾਂ ਦੇ ਸਕਦੇ। ਬਹੁਤ ਸਾਰੇ ਲੋਕ ਕਹਿੰਦੇ ਨਹੀਂ ਜੀ ਆਹ ਦੇਖੋ ਬੜੇ ਸਾਰੇ ਸਿੱਖ ਆ ਉਹ ਇੱਦਾਂ ਕਰੀ ਜਾਂਦੇ ਆ। ਉਹ ਪ੍ਰੋਬਲਮ ਸਿੱਖਾਂ ਦੀ ਆ, ਸਿੱਖੀ ਦੀ ਪ੍ਰੋਬਲਮ ਨਹੀਂ ਆ। ਉਹ ਪ੍ਰੋਬਲਮ ਉਹਨਾਂ ਲੋਕਾਂ ਦੀ ਹੈ ਜੋ ਇਹ ਕੰਮ ਕਰ ਰਹੇ ਆ, ਜੋ ਕੁਛ ਗਲਤ ਕਰ ਰਹੇ ਆ। ਉਹ ਸਿੱਖੀ ਦੀ ਪ੍ਰੋਬਲਮ ਨਹੀਂ ਆ। ਤੁਸੀਂ ਅਗਰ ਗਲਤੀ ਕੱਢਣੀ ਆ ਤਾਂ ਸਿੱਖੀ ਦੇ ਵਿੱਚ ਕੱਢੋ, ਔਰ ਸਿੱਖੀ ਦੇ ਵਿੱਚ ਗਲਤੀ ਕੱਢਣ ਲਈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵੱਲ ਜਾਣਾ ਪਊਗਾ। ਅਤੇ ਗੁਰੂ ਗ੍ਰੰਥ ਸਾਹਿਬ ਤਾਂ ਇੱਕ ਐਸੀ ਮਾਨਵਤਾ ਦੀ ਗੱਲ ਕਰਦੇ ਆ ਕਿ ਤੁਸੀਂ ਉਹ ਹਿਊਮਨ ਰਾਈਟਸ ਦੀ ਗੱਲ ਕਰਦੇ ਆ, ਉਹ ਪੋਲੀਟਿਕਸ ਦੀ ਗੱਲ ਕਰਦੇ ਆ, ਉਹ ਰਿਲੀਜਨ ਦੀ ਗੱਲ ਕਰਦੇ ਆ, ਉਹ ਸਪਿਰਿਚੁਅਲ ਦੀ ਗੱਲ ਕਰਦੇ ਆ, ਔਰ ਬੋਡੀ ਦੀ ਗੱਲ ਹੀ ਨਹੀਂ ਕਰਦੇ, ਆਤਮਾ ਦੀ ਗੱਲ ਕਰਦੇ ਆ। ਹਰ ਇੱਕ ਤਰੀਕੇ ਨਾਲ ਉਹ ਤੁਹਾਨੂੰ ਉਹਦੇ ਵਿੱਚ ਇੱਕ ਗੁਰੂ ਜਿਸ ਤਰੀਕੇ ਨਾਲ ਪੂਰਨ ਗੁਰੂ ਸਮਝਾ ਸਕਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਮਝਾਉਂਦੇ ਆ। ਖੈਰ ਫਿਰ ਵਾਪਸ ਆਈਏ, ਜਦੋਂ ਆਪਾਂ ਕਹਿਣਾ ਗੁਰੂ ਨਾਨਕ ਲਈ ਧਿਆਏ ਤਾਂ ਆਪਾਂ 3 ਚੀਜ਼ਾਂ ਵੱਲ ਧਿਆਨ ਦਈਏ। ਪਹਿਲੀ ਗੱਲ ਤਾਂ ਜਿਹੜੀ ਧਾਰਮਿਕ ਫਲਸਫੇ ਦੀ। ਹੁਣ ਗੁਰੂ ਨਾਨਕ ਨੂੰ ਧਾਰਮਿਕ ਫਲਸਫੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਇਹ ਪਹਿਲਾਂ ਜੋ ਮੈਂ 10-15 ਮਿੰਟ ਲਾਏ ਆ ਕਿ ਧਰਮ ਨੂੰ, ਕਿਉਂਕਿ ਜਦੋਂ ਆਪਾਂ ਧਾਰਮਿਕ ਵਰਡ ਬੋਲ ਦਿੰਦੇ ਹਾਂ ਨਾ ਤਾਂ ਬਹੁਤ ਸਾਰੇ ਲੋਕ ਪਹਿਲਾਂ ਹੀ ਕਹਿੰਦੇ ਨਹੀਂ ਗੁਰੂ ਨਾਨਕ ਨੇ ਧਰਮ ਦੀ ਗੱਲ ਨਹੀਂ ਕੀਤੀ। ਗੁਰੂ ਨਾਨਕ ਨੇ ਧਰਮ ਦੀ ਗੱਲ ਕੀਤੀ ਆ, ਗੁਰੂ ਨਾਨਕ ਨੇ ਹੀ ਧਰਮ ਦੀ ਗੱਲ ਕੀਤੀ ਆ, ਕਿਉਂਕਿ ਉਹਨਾਂ ਨੇ ਹੀ ਆ ਕੇ ਬਾਬਰ ਨੂੰ ਕਿਹਾ ਆ ਕਿ ਤੂੰ ਜਾਬਰ ਹੈ ਔਰ ਇਹੀ ਧਰਮ ਹੈ। ਕਿਉਂਕਿ ਅਦਰਵਾਈਜ਼ ਉਹਨਾਂ ਨੂੰ ਕੀ ਲੋੜ ਪਈ ਸੀਗੀ, ਉਹਨਾਂ ਨੂੰ ਚੁੱਪ ਕਰਕੇ ਕਹਿੰਦੇ ਕਿ ਤੂੰ ਬਹੁਤ ਵਧੀਆ ਕਰ ਰਿਹਾ, ਠੀਕ ਹੈ ਨਾ। ਉਹਨਾਂ ਨੂੰ ਕੀ ਲੋੜ ਪਈ ਸੀ, ਪਰ ਉਹ ਬਕਾਇਦਾ ਉਹਦੀ ਕਚਹਿਰੀ ਦੇ ਵਿੱਚ ਜਾ ਕੇ ਬੋਲਦੇ ਆ ਕਿ ਤੂੰ ਜਾਬਰ ਹੈ, ਔਰ ਉਸ ਦੇ ਵਾਸਤੇ ਉਹ ਜੇਲ੍ਹ ਵੀ ਕੱਟਦੇ ਆ। ਸਭ ਤੋਂ ਵੱਡੀ ਗੱਲ ਤਾਂ ਇਹ ਆ, ਉਹ ਜੇਲ੍ਹ ਵੀ ਕੱਟਦੇ ਆ ਉਸ ਵਾਸਤੇ। ਸੋ ਉਹ ਧਰਮ ਹੈ, ਉਹ ਉਹਨਾਂ ਦਾ ਧਰਮ ਹੈ, ਔਰ ਉਹ ਧਰਮ ਉਹ ਸਾਨੂੰ ਦਿੰਦੇ ਆ। ਇਸ ਕਰਕੇ ਜਿਹੜਾ ਵਰਡ ਧਾਰਮਿਕ ਹੈ ਨਾ, ਆਪਾਂ ਗੁਰੂ ਨਾਨਕ ਨਾਲੋਂ ਡਿਫਰ ਨਹੀਂ ਕਰ ਸਕਦੇ। ਆਪਾਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਗੁਰੂ ਨਾਨਕ ਨੇ ਬਹੁਤ ਸਾਰੇ ਲੋਕਾਂ ਨੂੰ ਨਹੀਂ, ਉਹਨਾਂ ਨੇ ਤਾਂ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ, ਬਿਲਕੁਲ ਦਿੱਤਾ, ਪਰ ਉਹਨਾਂ ਨੇ ਇੱਕ ਆਪਣਾ ਪੰਥ ਐਸਾ ਤੁਹਾਨੂੰ ਦਿੱਤਾ ਜਿਹਦੇ ਉੱਤੇ ਚੱਲ ਕੇ ਤੁਸੀਂ ਸਾਂਝੀਵਾਲਤਾ ਦਾ ਸੰਦੇਸ਼ ਦੇ ਸਕਦੇ ਆ। ਹੋਰ ਕਿਸੇ ਵੀ ਤਰੀਕੇ ਨਾਲ ਤੁਸੀਂ ਸਾਂਝੀਵਾਲਤਾ ਦੀ ਗੱਲ ਨਹੀਂ ਕਰ ਸਕਦੇ, ਕਿਉਂਕਿ ਕਿਤੇ ਤੁਸੀਂ ਕਾਫਰ ਹੋ ਜਾਂਦੇ ਆ ਅਗਰ ਤੁਸੀਂ ਇੱਕ ਪਰਟੀਕੂਲਰ ਰਿਲੀਜਨ ਨੂੰ ਨਹੀਂ ਮੰਨਦੇ, ਜਾਂ ਤੁਸੀਂ ਇਨਫਿਡਲ ਹੋ ਜਾਂਦੇ ਆ, ਜਾਂ ਤੁਸੀਂ ਕੁਛ ਵੀ ਮਲੇਸ਼ ਹੋ ਜਾਂਦੇ ਆ। ਇਹੋ ਜਿਹੇ ਵਰਡਸ ਆ ਜਾਂਦੇ ਆ ਸਿੱਖਾਂ ਦੇ ਵਿੱਚ। ਜਿਹੜਾ ਹੈ ਜਾਂ ਤਾਂ ਤੁਸੀਂ ਧਰਮੀ ਹੋ ਅਤੇ ਜਾਂ ਤੁਸੀਂ ਅਧਰਮੀ ਹੋ, ਜਾਂ ਤਾਂ ਤੁਸੀਂ ਧਰਮ ਦੇ ਵਿੱਚ ਹੋ ਜਾਂ ਤੁਸੀਂ ਧਰਮ ਦੇ ਵਿੱਚ ਨਹੀਂ ਹੋ। ਔਰ ਉਹਦਾ ਮਤਲਬ ਸਿਰਫ ਇੰਨਾ ਕੀ ਹੈ ਕਿ ਕਿਆ ਤੁਸੀਂ ਗੁਰੂ ਨਾਨਕ ਦੇ ਜਿਹੜੇ ਪੱਗ ਚਿੰਨ੍ਹ ਨੇ ਉਹਨਾਂ ਉੱਤੇ ਚੱਲਦੇ ਹੋ, ਦੈਟ ਇਜ਼ ਇਟ। ਅਗਲੀ ਗੱਲ, ਗੁਰੂ ਨਾਨਕ ਨੂੰ ਅਸੀਂ ਗ੍ਰਹਸਥ ਵਜੋਂ ਵੀ ਜਾਣਦੇ ਹਾਂ ਕਿ ਗੁਰੂ ਨਾਨਕ ਗ੍ਰਹਸਥ ਵੀ ਸੀ। ਗ੍ਰਹਸਥੀ ਹੋਣ ਦੇ ਨਾਲ ਨਾਲ ਉਹਨਾਂ ਨੇ ਕਿਰਤ ਕਮਾਈ ਵੀ ਕੀਤੀ ਹੈ, ਤਾਂ ਉਹ ਇੱਕ ਸੋਸ਼ਲ ਸਟਰਕਚਰ ਦੇ ਵਿੱਚ ਵੀ ਨੇ। ਹੁਣ ਗੁਰੂ ਨਾਨਕ ਨੂੰ ਜਦੋਂ ਆਪਾਂ ਸਮਝਾਂਗੇ ਤਾਂ ਸਾਨੂੰ ਇਹ ਸਮਝਣਾ ਪਊਗਾ ਕਿ ਤੁਸੀਂ ਗੁਰੂ ਨਾਨਕ ਲਈ ਧਿਆਏ। ਜਦੋਂ ਗੁਰੂ ਨਾਨਕ ਨੂੰ ਧਿਆਓਗੇ ਤਾਂ ਤੁਸੀਂ ਇਹ ਸਮਝੋਗੇ ਕਿ ਮੈਂ ਇੱਕ ਸੋਸ਼ਲ ਬੀਇੰਗ ਹਾਂ, ਮੇਰੀ ਇਸ ਸੁਸਾਇਟੀ ਵਾਸਤੇ ਕੁਝ ਰਿਸਪੋਂਸਿਬਿਲਿਟੀਜ਼ ਹੈਗੀਆਂ ਆ। ਤਾਂ ਉਹ ਫਿਰ ਸਾਨੂੰ ਗੁਰੂ ਨਾਨਕ ਕੋਲ ਪੁੱਛਣੀਆਂ ਪੈਣਗੀਆਂ ਕਿ ਰਿਸਪੋਂਸਿਬਿਲਿਟੀਜ਼ ਕੀ ਆ। ਤੁਸੀਂ ਗ੍ਰਸਤ ਵੀ ਹੋਵੋਗੇ, ਤੁਸੀਂ ਆਪਣੀ ਫੈਮਿਲੀ ਦਾ ਵੀ ਦੇਖੋਗੇ, ਔਰ ਤੁਸੀਂ ਆਪਣੀ ਕਿਰਤ ਕਮਾਈ ਵੀ ਕਰੋਗੇ, ਪਰ ਉਹਦੇ ਨਾਲ ਨਾਲ ਅੰਜਨ ਮਾਹੇ ਨਿਰੰਜਨ ਰਹੀਏ ਵਾਲੀ ਗੱਲ ਫਿਰ ਗੁਰੂ ਨਾਨਕ ਪਾਤਸ਼ਾਹ ਤੁਹਾਨੂੰ ਦੱਸਣਗੇ ਕਿ ਤੁਸੀਂ ਇਹ ਸਭ ਕੰਮ ਕਰਦੇ ਹੋਏ, ਸੁਸਾਇਟੀ ਦੇ ਵਿੱਚ ਰਹਿੰਦੇ ਹੋਏ ਵੀ ਧਰਮ ਦੇ ਉੱਤੇ ਕਿੱਦਾਂ ਖੜੇ ਰਹਿਣਾ ਹੈ। ਔਰ ਉਹ ਸਭ ਦੇ ਨਾਲ ਨਾਲ ਤੁਸੀਂ ਇਸ ਆਤਮਾ ਅਤੇ ਉਸ ਪਰਮਾਤਮਾ ਦੀ ਜਿਹੜੀ ਨਿਰੰਤਰਤਾ ਹੈ ਉਹ ਕਿੱਦਾਂ ਸਥਾਪਿਤ ਕਰਨੀ ਆ, ਉਹ ਕਿਸ ਤਰੀਕੇ ਦੇ ਨਾਲ ਉਹਨੂੰ ਜਾਗਦੀ ਰੱਖਣਾ ਆ। ਸੋ
ਰਹਿਣਾ ਵੀ ਇਸੇ ਦੁਨੀਆ ਦੇ ਵਿੱਚ ਹੈ, ਇਸ ਦੁਨੀਆ ਦੀ ਸੁਸਾਇਟੀ ਦੇ ਜਿਹੜੇ ਸਟਰਕਚਰਸ ਆ ਉਹਨਾਂ ਨੂੰ ਮੰਨਣਾ ਵੀ ਹੈ। ਗੁਰੂ ਨਾਨਕ ਸਾਨੂੰ ਇਹੀ ਸਿਖਾਉਂਦੇ ਆ ਔਰ ਸਾਨੂੰ ਧਰਮ ਦੇ ਵਿੱਚ ਚੱਲ ਕੇ ਕੰਮ ਕਰਨੇ ਆ ਔਰ ਉਸ ਦੇ ਨਾਲ ਨਾਲ ਸਾਨੂੰ ਸਪਿਰਿਚੁਅਲੀ ਸਾਨੂੰ ਉਸ ਪਰਮਾਤਮਾ ਦੇ ਨਾਲ, ਉਹਦੀ ਹੋਂਦ ਦੇ ਉੱਤੇ ਉਹਦੇ ਨਾਲ ਮਿਲਣ ਦੀ ਜਿਹੜੀ ਇੱਕ ਆਪਣੀ ਇੱਕ ਸਫ਼ਰ ਹੈ ਉਹਨੂੰ ਹਮੇਸ਼ਾ ਕੰਟੀਨਿਊਅਸ ਰੱਖਣਾ ਪਊਗਾ। ਉਸ ਸਫ਼ਰ ਵੱਲ ਸਾਨੂੰ ਚੱਲਦੇ ਰਹਿਣਾ ਪਊਗਾ। ਇਹ ਸਾਨੂੰ ਗੁਰੂ ਨਾਨਕ ਦੱਸਦੇ ਨੇ। ਹੁਣ ਉਸ ਤੋਂ ਅਗਲੀ ਚੀਜ਼ ਆਉਂਦੀ ਆ ਕਿ ਗੁਰੂ ਨਾਨਕ ਪੋਲੀਟੀਕਲ ਵੀ ਨੇ, ਕਿਉਂਕਿ ਉਹ ਪੋਲੀਟਿਕਸ ਦੀ ਗੱਲ ਵੀ ਕਰਦੇ ਨੇ। ਹੁਣ ਗੁਰੂ ਨਾਨਕ ਲਈ ਧਿਆਏ ਜਦੋਂ ਆਪਾਂ ਗੱਲ ਕਰਾਂਗੇ ਤਾਂ ਇੱਕ ਚੀਜ਼ ਤਾਂ ਹੋ ਗਈ ਕਿ ਗੁਰੂ ਨਾਨਕ ਦਾ ਸਿੱਖ ਸੋਸ਼ਲ ਹੋਊਗਾ, ਗੁਰੂ ਨਾਨਕ ਦਾ ਸਿੱਖ ਰਿਲੀਜੀਅਸ ਹੋਊਗਾ, ਗੁਰੂ ਨਾਨਕ ਦਾ ਸਿੱਖ ਸਪਿਰਿਚੁਅਲ ਵੀ ਹੋਊਗਾ ਅਤੇ ਇਹਦੇ ਨਾਲ ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਪੋਲੀਟੀਕਲ ਵੀ ਹੋਊਗਾ। ਸਾਡੇ 'ਚੋਂ ਅੱਜ ਬਹੁਤਾਤ ਦੇ ਵਿੱਚ ਐਸੇ ਲੋਕ ਨੇ ਜਿਹੜੇ ਇੱਕ ਦੂਸਰੇ ਨਾਲ ਗੱਲ ਕਰਦੇ ਹੋਏ ਇਹ ਕਹਿ ਦਿੰਦੇ ਨੇ ਕਿ ਮੈਂ ਪੋਲੀਟਿਕਸ ਤੋਂ ਪਰੇ ਰਹਿਣਾ, ਮੈਂ ਤਾਂ ਮੇਰੇ ਜਿਹੜੇ ਵਿਚਾਰਧਾਰਾ ਨਾ ਉਹ ਬੜੀ ਪੋਲੀਟੀਕਲ ਹੈ, ਮੈਂ ਤਾਂ ਮੰਨਦਾ ਨਹੀਂ, ਮੈਂ ਪੋਲੀਟਿਕਸ ਵਿੱਚ ਜਾਂਦਾ ਹੀ ਨਹੀਂ ਜਾਂ ਜਾਂਦੀ ਹੀ ਨਹੀਂ। ਤਾਂ ਫਿਰ ਤੁਸੀਂ ਗੁਰੂ ਨਾਨਕ ਦੀ ਜਿਹੜੀ ਗੁਰੂ ਨਾਨਕ ਦੇ ਪੂਰਨ ਤੌਰ 'ਤੇ ਸਿੱਖ ਨਹੀਂ ਹੋ ਸਕਦੇ। ਗੁਰੂ ਨਾਨਕ ਨੇ ਤੁਹਾਨੂੰ ਪੋਲੀਟਿਕਸ ਦਿੱਤੀ ਆ, ਤੁਹਾਨੂੰ ਪੋਲੀਟਿਕਸ ਵਿੱਚ ਆਉਣਾ ਪਊਗਾ। ਹੁਣ ਪੋਲੀਟਿਕਸ ਵਿੱਚ ਆਉਣ ਦਾ ਮਤਲਬ ਕੀ? ਜਦੋਂ ਗੁਰੂ ਨਾਨਕ ਅਦਰਵਾਈਜ਼ ਤਾਂ ਗੁਰੂ ਨਾਨਕ ਕਿਉਂਕਿ ਜਾਂ ਤਾਂ ਉਹ ਗ੍ਰਸਤੀ ਆ ਔਰ ਗ੍ਰਸਤੀ ਹੋਣ ਦੇ ਨਾਲ ਅੱਜ ਕੱਲ੍ਹ ਬਹੁਤੇ ਲੋਕ ਜਿਹੜੇ ਆਪਣੇ ਘਰਾਂ ਦੇ ਵਿੱਚ ਆਪਣਾ ਘਰ ਦਾ ਕੰਮ ਕਰਦੇ ਉਹ ਇਹੀ ਕਹਿੰਦੇ ਆ ਨਾ ਕਿ ਅਸੀਂ ਤਾਂ ਜੀ ਵੇਖੋ ਆਪਣੇ ਬੱਚਿਆਂ ਨੂੰ 2 ਵਕਤ ਦੀ ਰੋਟੀ ਕਮਾ ਕੇ ਦੇਣੀ ਆ, ਗ੍ਰਸਤੀ ਬੰਨੇ, ਅਸੀਂ ਕੀ ਕਰਨਾ, ਇਹ ਰਾਜਨੀਤਕ ਕੀ ਕਰਦੇ ਆ ਕੀ ਨਹੀਂ ਕਰਦੇ, ਅਸੀਂ ਕੀ ਕਰਨਾ। ਇਹੀ ਗੱਲ ਗੁਰੂ ਨਾਨਕ ਵੀ ਕਹਿ ਸਕਦੇ ਸੀ ਪਰ ਉਹਨਾਂ ਨੇ ਨਹੀਂ ਕਹੀ। ਔਰ ਉਸ ਤੋਂ ਬਾਅਦ ਕੁਛ ਜਿਹੜੇ ਸਾਧੂ ਸੰਤ ਜਾਂ ਮਹਾਤਮਾ ਜਾਂ ਮਹਾਂਪੁਰਸ਼ ਉਹ ਕਹਿੰਦੇ ਨਹੀਂ ਜੀ ਵੇਖੋ ਜਿਹੜੇ ਸਾਧੂ ਸੰਤ ਹੁੰਦੇ ਆ ਨਾ ਸਭ ਦੇ ਬਰਾਬਰ ਹੁੰਦੇ ਆ, ਤਾਂ ਸਾਨੂੰ ਕੀ ਕਰਨਾ, ਸਾਨੂੰ ਕੀ, ਅਸੀਂ ਜਾ ਕੇ ਨੇਤਾ ਲੋਕਾਂ ਨਾਲ ਸਾਡੀ ਬਹਿਸ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਅਸੀਂ ਤਾਂ ਸਾਧੂ ਲੋਕ ਹਾਂ, ਅਸੀਂ ਤਾਂ ਜਾਂ ਇਹ ਦੁਨੀਆ ਦੇ ਨਹੀਂ, ਅਸੀਂ ਸੰਤ ਲੋਕ ਹਾਂ, ਸਾਨੂੰ ਦੁਨੀਆ ਦੇ ਇਹ ਜਿਹੜਾ ਆਡੰਬਰ ਹੈ ਇਸ ਤੋਂ ਅਸੀਂ ਦੂਰ ਹਾਂ। ਬਹੁਤ ਸਾਰੇ ਲੋਕ ਇਹ ਬੋਲ ਦਿੰਦੇ ਆ। ਇਹੀ ਗੱਲ ਗੁਰੂ ਨਾਨਕ 'ਤੇ ਵੀ ਟੁੱਕਦੀ ਸੀਗੀ ਪਰ ਉਹਨਾਂ ਨੇ ਇੰਝ ਨਹੀਂ ਕੀਤਾ। ਉਹ ਗ੍ਰਸਤ ਵੀ ਨੇ ਔਰ ਉਹ ਇੱਕ ਰੱਬੀ ਨੂਰ ਵੀ ਨੇ ਪਰ ਫਿਰ ਵੀ ਉਹ ਇਸ ਦੁਨੀਆ ਦੀ ਪੋਲੀਟਿਕਸ ਨੂੰ ਪਾਸੇ ਨਹੀਂ ਛੱਡਦੇ। ਨਾ ਸਿਰਫ ਉਹ ਬਾਬਰ ਨੂੰ ਜਾਬਰ ਕਹਿੰਦੇ ਆ, ਬਾਕਾਇਦਾ ਉਹ ਜਿਹੜਾ ਆਪਣੇ ਕੋਲ ਖੁਰਸਾਨਾ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਸਾਨੂੰ ਬਾਕਾਇਦਾ ਉਹ ਉਸ ਵੇਲੇ ਦੀ ਪੋਲੀਟੀਕਲ ਹਾਲਾਤ ਜਿਹੜੇ ਨੇ ਉਹ ਗੁਰਬਾਣੀ ਦੇ ਵਿੱਚ ਵੀ ਦਰਜ ਕਰਕੇ ਸਾਨੂੰ ਦੱਸਦੇ ਆ। ਹੁਣ ਗੁਰਬਾਣੀ ਦੇ ਵਿੱਚ ਦਰਜ ਕਰਨਾ, ਦੇਖੋ ਇਹ ਜਿਹੜੀ ਚੀਜ਼ ਹੈ ਨਾ ਉਹ ਆਪਣੇ ਆਪ ਦੇ ਵਿੱਚ ਇੱਕ ਹਿਸਟੋਰੀਕਲ ਫੈਕਟ ਵੀ ਹੈ ਔਰ ਉਸ ਵੇਲੇ ਦੀ ਪੋਲੀਟਿਕਸ ਦੀ ਹਾਲ ਬਿਆਨੀ ਵੀ ਹੈ। ਤਾਂ ਮੈਂ ਬੜੀ ਵਾਰੀ ਇਹ ਸੋਚਦੀ ਹੁੰਦੀ ਸੀ ਕਿ ਇਹ ਕਿਉਂ ਕੀਤਾ ਹੋਊਗਾ ਗੁਰੂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਅੰਕਿਤ। ਤਾਂ ਉਹ ਸਿਰਫ ਸਾਨੂੰ ਇਹੀ ਦੱਸਣ ਨੂੰ, ਹੁਣ ਜਦੋਂ ਜਵਾਬ ਮਿਲਦੇ ਆ ਤਾਂ ਉਹ ਸਿਰਫ ਸਾਨੂੰ ਇਹ ਦੱਸਣ ਨੂੰ ਕਿ ਅਗਰ ਤੁਸੀਂ ਮੇਰੇ ਸਿੱਖ ਹੋ ਤਾਂ ਤੁਸੀਂ ਨੇਤਾ ਜਿਹੜੇ ਰਾਜਨੇਤਾ ਜਾਂ ਜੋ ਵੀ ਰਾਜਨੀਤੀ ਉਸ ਵੇਲੇ ਦੀ ਹੈ ਉਸ ਤੋਂ ਭੱਜ ਨਹੀਂ ਸਕਦੇ। ਅਗਰ ਉਸ ਰਾਜਨੀਤੀ ਵਿੱਚ ਕੁਛ ਗਲਤ ਹੋ ਰਿਹਾ ਤੁਹਾਨੂੰ ਆਵਾਜ਼ ਚੁੱਕਣੀ ਪਊਗੀ, ਇਹ ਤੁਹਾਡਾ ਧਰਮ ਹੈ। ਹਾਂ, ਪਾਸਿਓਂ ਦੀ ਨਿਕਲ ਜਾਣਾ ਉਹ ਉਹ ਤੁਹਾਡਾ ਆਪਣਾ ਕਰਮ ਹੈ, ਤੁਸੀਂ ਕਰਨਾ ਚਾਹੋ ਕਰੋ, ਨਹੀਂ ਕਰਨਾ ਚਾਹੋ ਨਾ ਕਰੋ, ਪਰ ਸਿੱਖ ਹੋਣ ਦੇ ਨਾਤੇ ਉਹ ਤੁਹਾਡਾ ਧਰਮ ਹੈ। ਹੁਣ ਇਸ ਚੀਜ਼ ਤੋਂ ਅਸੀਂ ਭੱਜ ਨਹੀਂ ਸਕਦੇ। ਸੋ ਅੱਗੇ ਤੋਂ ਜਦੋਂ ਆਪਾਂ ਇਹ ਗੱਲ ਕਰੀਏ ਕਿ ਗੁਰੂ ਨਾਨਕ ਲਈ ਧਿਆਏ ਤਾਂ ਆਪਾਂ ਇਹ ਸਮਝ ਲਈਏ ਕਿ ਮੇਰੇ ਕਿਰਦਾਰ ਦੇ ਵਿੱਚ ਸੱਚੇ ਪਾਤਸ਼ਾਹ ਸੋਸ਼ਲ, ਪੋਲੀਟੀਕਲ, ਰਿਲੀਜੀਅਸ ਐਂਡ ਸਪਿਰਿਚੁਅਲ ਇਹ ਚਾਰੇ ਤੱਤ ਹੋਣੇ ਚਾਹੀਦੇ ਆ। ਮੇਰੀ ਪਰਸਨੈਲਿਟੀ ਦੇ ਵਿੱਚ ਮੈਂ ਆਪਣੀ ਸੁਸਾਇਟੀ ਦੇ ਵਿੱਚ ਵੀ ਰਿਸਪੋਂਸੀਬਲ ਹੋਣੀ ਚਾਹੀਦੀ ਹਾਂ। ਜੋ ਮੇਰੀਆਂ ਰਿਸਪੋਂਸੀਬਿਲਿਟੀਜ਼ ਮੇਰੇ ਘਰ ਵੱਲ, ਮੇਰੀ ਸੁਸਾਇਟੀ ਵੱਲ ਹੈ ਉਹ ਵੀ ਮੈਂ ਪੂਰੀਆਂ ਕਰਨੀ ਚਾਹੀਦੀਆਂ। ਮੇਰੀਆਂ ਜਿਹੜੀਆਂ ਰਿਲੀਜੀਅਸ ਜੋ ਮੇਰੇ ਧਰਮ ਨੇ ਉਹ ਵੀ ਮੈਂ ਪੂਰੇ ਕਰਨੀ ਚਾਹੀਦੀਆਂ। ਔਰ ਉਸ ਦੇ ਨਾਲ ਜੇ ਕੁਛ ਕਿਤੇ ਵੀ ਕਿਸੇ ਦੇ ਹਿਊਮਨ ਰਾਈਟਸ ਜਾਂ ਕਿਤੇ ਵੀ ਕੁਛ ਗਲਤ ਹੋ ਰਿਹਾ ਤਾਂ ਮੈਂ ਉਸ ਦੇ ਖਿਲਾਫ ਵੀ ਆਵਾਜ਼ ਚੁੱਕਾਂ ਕਿਉਂਕਿ ਉਹ ਵੀ ਮੇਰਾ ਧਰਮ ਹੈ। ਔਰ ਇਹ ਸਭ ਦੇ ਨਾਲ ਮੈਂ ਉਸ ਪਰਮਾਤਮਾ ਨੂੰ ਕਦੀ ਨਾ ਭੁੱਲਾਂ। ਇਹ ਇੱਕ ਸੰਪੂਰਨ ਸਿੱਖ ਦੀ ਡੈਫੀਨੇਸ਼ਨ ਬਣਦੀ ਆ ਮੇਰੇ ਅਕੋਰਡਿੰਗ, ਜਿੰਨੀ ਕੁ ਮੈਨੂੰ ਸਮਝ ਆਉਂਦੀ ਆ। ਅੱਗੇ ਅਗਰ ਮੈਂ ਕੁਛ ਵੱਧ ਤਾਂ ਸ਼ਾਇਦ ਨਹੀਂ, ਘੱਟ ਅਗਰ ਮੈਂ ਬੋਲ ਗਈ ਹੋਵਾਂ ਤਾਂ ਫਿਰ ਤੁਸੀਂ ਮੈਨੂੰ ਉਹਦੇ ਬਾਰੇ ਲਿਖ ਕੇ ਦੱਸ ਦਿਓ, ਆਪਾਂ ਉਹ ਵੀ ਐਡ ਕਰ ਲਾਂਗੇ। ਪਰ ਜਿਹੜੀ ਗੁਰੂ ਨਾਨਕ ਪਾਤਸ਼ਾਹ ਸਾਨੂੰ ਇੱਕ ਹੋਲਿਸਟਿਕ ਡਿਵੈਲਪਮੈਂਟ ਦੀ ਗੱਲ ਕਰਦੇ ਆ, ਜਦੋਂ ਇੱਕ ਪੂਰਨ ਪੁਰਖ ਬਣਾਉਣ ਦੀ ਉਹ ਗੱਲ ਕਰਦੇ ਆ, ਇੱਕ ਪੂਰਨ ਇਨਸਾਨ ਬਣਾਉਣ ਦੀ ਗੱਲ ਕਰਦੇ ਆ, ਤਾਂ ਉਹ ਬੇਸਿਕਲੀ ਕਿਵ ਸਚਿਆਰਾ ਹੋਈ ਹੈ। ਤਾਂ ਉਹ ਜਿਹੜਾ ਕਿਵ ਸਚਿਆਰਾ, ਉਹ ਸਚਿਆਰ ਮਨੁੱਖ ਉਹੀ ਹੋਊਗਾ ਜਿਹੜਾ ਕਦੀ ਕਿਸੇ ਵੀ ਚੀਜ਼ ਤੋਂ ਡਰੂਗਾ ਨਹੀਂ। ਹੁਣ ਇਸ ਪੂਰੇ ਫਲਸਫੇ ਦੇ ਵਿੱਚੋਂ ਅੱਗੋਂ ਨਿਕਲ ਕੇ ਆਉਂਦਾ ਨਿਰਭਉ ਨਿਰਵੈਰ ਦਾ ਫਲਸਫਾ।
ਤੁਸੀਂ ਅਗਰ ਪੋਲੀਟੀਕਲੀ, ਕਿਉਂਕਿ ਪੋਲੀਟੀਕਲੀ ਆਪਾਂ ਕਿਉਂ ਨਹੀਂ ਬੋਲਦੇ, ਕਿਉਂਕਿ ਸਾਨੂੰ ਪਤਾ ਹੁੰਦਾ ਹੈ, ਦੇਖੋ ਕਦੀ ਵੀ ਜਦੋਂ ਘਾਣ ਹੁੰਦਾ ਨਾ ਤਾਂ ਉਹ ਕਮਜ਼ੋਰ ਲੋਕਾਂ ਦਾ ਜਿਹੜਾ ਵੱਡੇ ਲੋਕ ਕਰਦੇ ਹੁੰਦੇ ਆ, ਪਾਵਰਫੁਲ ਲੋਕ ਕਰਦੇ ਹੁੰਦੇ ਆ, ਤਾਂ ਪਾਵਰਫੁਲ ਲੋਕਾਂ ਦੇ ਹੱਕ ਵਿੱਚ ਭੁਗਤਣਾ ਤੁਹਾਡੇ ਲਈ ਫਾਇਦੇਮੰਦ ਹੁੰਦਾ ਆ। ਪਰ ਤੁਹਾਡਾ ਧਰਮ ਕਹਿੰਦਾ ਆ ਕਿ ਜੇ ਉਹ ਪਾਵਰਫੁਲ ਲੋਕ ਛੋਟੇ ਲੋਕਾਂ ਦਾ, ਕਮਜ਼ੋਰ ਲੋਕਾਂ ਦਾ ਘਾਣ ਕਰ ਰਹੇ ਤਾਂ ਫਿਰ ਤੁਸੀਂ ਉਹਨਾਂ ਦੇ ਖਿਲਾਫ ਖੜ੍ਹੇ ਹੋਵੋ। ਅਤੇ ਜਦੋਂ ਤੁਸੀਂ ਖਿਲਾਫ ਖੜ੍ਹੇ ਹੋਵੋਗੇ, ਕਿਉਂਕਿ ਉਹਨਾਂ ਦੇ ਹੱਥ ਦੇ ਵਿੱਚ ਪਾਵਰ ਹੈ, ਫਿਰ ਤੁਹਾਨੂੰ ਉਹ ਕਿਸੇ ਵੀ ਤਰੀਕੇ ਦੇ ਨਾਲ ਪ੍ਰਤਾੜਿਤ ਕਰ ਸਕਦੇ ਆ। ਉਹ ਉਹਨਾਂ ਦੇ ਹੱਥ ਦੇ ਵਿੱਚ ਪਾਵਰ ਹੈਗੀ ਆ। ਹੁਣ ਇਹ ਸਭ ਕੁਝ ਜਾਣਦੇ ਹੋਏ ਵੀ ਤੁਸੀਂ ਅਗਰ ਖੜ੍ਹੇ ਹੋ ਜਾਂਦੇ ਆ ਤਾਂ ਫਿਰ ਤੁਸੀਂ ਆ ਕੇ ਸੱਚਿਆਰ ਮਨੁੱਖ ਵਾਲੀ ਲਾਈਨ ਦੇ ਉੱਤੇ ਚੱਲ ਰਹੇ ਆ। ਹੁਣ ਇਹਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਆ, ਉਹ ਇੱਕ ਮੁੰਡਾ ਰਣਜੀਤ ਸਿੰਘ ਜਿਹੜਾ ਆਪਣਾ ਗ੍ਰਿਫਤਾਰ ਕੀਤਾ ਹੋਇਆ ਇਸ ਟਾਈਮ ਦੇ ਉੱਤੇ ਵੀ, ਜਦੋਂ ਉਹ ਬਹੁਤ ਸਾਰੀ 400-500 ਬੰਦੇ ਦੀ ਭੀੜ ਆਈ ਹੋਊਗੀ ਔਰ ਉਹ ਪੱਥਰ ਮਾਰ ਰਹੇ ਆ ਔਰ ਨਜ਼ਰ ਆ ਰਿਹਾ ਕਿ ਪੁਲਿਸ ਉਹਨਾਂ ਦੇ ਨਾਲ ਰਲੀ ਹੋਈ ਆ, ਨਜ਼ਰ ਆ ਰਿਹਾ ਕਿ ਉਹ ਉਹਨਾਂ ਨੂੰ ਹਟਾ ਨਹੀਂ ਰਹੇ, ਅਤੇ ਉਹ ਬੀਬੀਆਂ ਵਾਲੇ ਜਿਹੜਾ ਤੰਬੂ ਆ ਉਸ ਪਾਸੇ ਜਾਂਦੇ ਆ। ਤਾਂ ਇਹ ਜਿਹੜਾ ਬੱਚਾ ਆ ਰਣਜੀਤ ਸਿੰਘ, ਅਗਰ ਇਹ ਕੋਈ ਹੋਰ ਹੁੰਦਾ, ਗੁਰੂ ਦਾ ਸਿੰਘ ਨਾ ਹੁੰਦਾ, ਗੁਰੂ ਦਾ ਸਿੱਖ ਨਾ ਹੁੰਦਾ, ਤਾਂ ਉਹ ਵੀ ਪਾਸਿਓਂ ਦੀ ਨਿਕਲ ਜਾਂਦਾ ਕਿ ਬੀਬੀਆਂ ਕਿਹੜੀਆਂ ਮੇਰੀਆਂ ਆਪਣੀਆਂ ਆ, ਹੈ ਨਾ। ਜਾਂ ਜਿੱਦਾਂ ਦੂਜੇ ਪਾਸਿਓਂ ਸਟੇਜ ਦੇ ਉੱਤੋਂ ਇਹ ਆਇਆ ਸੀਗਾ ਕਿ ਰਹਿਣ ਦਿਓ, ਉੱਧਰ ਨਾ ਜਾਇਓ, ਉਹ ਸਾਡੇ ਵਾਲੇ ਪਾਸੇ ਨਹੀਂ ਹੈਗੇ, ਇੱਦਾਂ ਵੀ ਕਹਿ ਸਕਦਾ ਸੀਗਾ। ਪਰ ਇਹੀ ਡਿਫਰੈਂਸ ਆ ਗੁਰੂ ਦੇ ਸਿੱਖ ਦੇ ਵਿੱਚ ਅਤੇ ਜਿਹੜੇ ਆਪਣੇ ਆਪ ਨੂੰ ਕਿਸੇ ਵੀ ਹੋਰ ਵਿਚਾਰਧਾਰਾ ਦੇ ਨਾਲ ਜੋੜਦੇ ਹੋਣਗੇ ਉਹਨਾਂ ਦੇ ਵਿੱਚ ਇਹ ਫ਼ਰਕ ਹੈ। ਉਹ ਇਕੱਲਾ ਮੁੰਡਾ ਉੱਥੇ ਖੜ੍ਹਾ ਹੋ ਗਿਆ। ਹੁਣ ਉਹ ਕੀ ਆ, ਉਹਦੀ ਨਿਰਭੈਤਾ ਆ, ਉਹ ਨਿਰਵੈਰ ਵੀ ਹੈ ਕਿ ਉਹ ਗਿਆ ਆ ਉੱਧਰ, ਉਹਨੂੰ ਕਿਸੇ ਨਾਲ, ਕਿਉਂਕਿ ਕਿਸੇ ਨਾਲ ਕੋਈ ਵੈਰ ਨਹੀਂ, ਪਰ ਉਹਨੂੰ ਡਰ ਵੀ ਕਿਸੇ ਦਾ ਨਹੀਂ, ਔਰ ਉਸ ਇਕੱਲਾ ਉਸ 400-500 ਦੀ ਭੀੜ ਦੇ ਸਾਹਮਣੇ ਖੜ੍ਹਾ ਹੋ ਗਿਆ, ਇਹ ਜਾਣਦੇ ਹੋਏ ਕਿ ਉਹ ਜ਼ਿਆਦਾ ਆ, ਮੇਰੇ ਦੇ ਉੱਤੇ ਹਾਵੀ ਹੋ ਸਕਦੇ ਆ, ਮੇਰੇ ਨਾਲ ਜੋ ਵੀ ਹੋਊਗਾ ਉਹ ਉਹਨੂੰ ਪਤਾ ਨਹੀਂ ਹੋਊਗਾ, ਇਹ ਤਾਂ ਓਬਵੀਅਸ ਸੀਗਾ ਉਹਨੂੰ, ਔਰ ਉਹ ਜਾਣਦੇ ਹੋਏ ਵੀ ਉਹ ਇਕੱਲਾ ਖੜ੍ਹਾ ਹੋ ਗਿਆ ਉੱਥੇ ਜਾ ਕੇ। ਇਹ ਨਿਰਭੈ, ਇਹਨੂੰ ਕਹਿੰਦੇ ਆ ਨਿਰਭਉ। ਔਰ ਇਸ ਤਰ੍ਹਾਂ ਦੀ ਜਿਹੜੀ ਉਹ ਜਦੋਂ ਤੁਸੀਂ ਇਹੋ ਜਿਹੇ ਲੈਵਲ ਦੇ ਉੱਤੇ ਜਾਂਦੇ ਆ, ਇਸ ਤਰ੍ਹਾਂ ਦਾ ਕਰੈਕਟਰ ਤੁਹਾਨੂੰ ਸਿੱਖੀ ਜਿਹੜੀ ਆ ਉਹ ਦਿੰਦੀ ਆ, ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਦਿੰਦਾ ਆ। ਸੋ ਅੱਗੇ ਤੋਂ ਜਦੋਂ ਵੀ ਆਪਾਂ ਅਰਦਾਸ ਦੇ ਵਿੱਚ ਖੜ੍ਹੇ ਹੋਵਾਂਗੇ ਔਰ ਅਸੀਂ ਕਹਾਂਗੇ ਗੁਰੂ ਨਾਨਕ ਲਈ ਧਿਆਏ, ਤਾਂ ਇੱਕ ਵਾਰੀ ਆਪਣੇ ਅੰਦਰ ਇਹ ਗੱਲ ਜ਼ਰੂਰ ਦ੍ਰਿੜ ਕਰਨੀ ਆ ਕਿ ਗੁਰੂ ਨਾਨਕ ਲਈ ਧਿਆਏ ਦਾ ਮਤਲਬ ਕੀ ਆ, ਕਿ ਗੁਰੂ ਨਾਨਕ ਪਾਤਸ਼ਾਹ, ਮੈਂ ਤੁਹਾਨੂੰ ਧਿਆ ਕੇ ਤੁਹਾਡੇ ਕੋਲੋਂ ਇਹਨਾਂ ਚੀਜ਼ਾਂ ਦੀ ਹੀ ਦਾਤ ਮੰਗਦਾ ਹਾਂ ਕਿ ਮੈਂ ਸੁਸਾਇਟੀ ਵਿੱਚ ਜੋ ਮੇਰੇ ਕੰਮ ਨੇ ਉਹ ਵੀ ਕਰ ਸਕਾਂ, ਮੈਂ ਪਰਮਾਤਮਾ ਦਾ ਸਿਮਰਨ ਵੀ ਹਮੇਸ਼ਾ ਕਰ ਸਕਾਂ, ਭਗਤੀ ਵੀ ਮੈਨੂੰ ਮਿਲੀ ਰਹੇ, ਔਰ ਉਸ ਦੇ ਨਾਲ ਨਾਲ ਮੈਂ ਪੋਲੀਟੀਕਲ ਵੀ ਰਹਾਂ, ਔਰ ਜਿਹੜੇ ਮੇਰੇ ਧਰਮ ਤੁਸੀਂ ਮੇਰੇ ਲੇਖੇ ਲਾਏ ਆ, ਜਿਨ੍ਹਾਂ ਰਾਹਾਂ ਦੇ ਉੱਤੇ ਤੁਸੀਂ ਮੈਨੂੰ ਤੋਰਿਆ, ਉਹਦੇ ਉੱਤੇ ਮੈਂ ਤੁਰਦਾ ਰਹਾਂ। ਇਹ ਗੱਲਾਂ ਸਾਨੂੰ ਆਪਣੇ ਆਪ ਨੂੰ ਦੱਸਣੀਆਂ ਬਹੁਤ ਜ਼ਰੂਰੀ ਹੋਣਗੀਆਂ। ਹੁਣ ਇਸ ਤੋਂ ਅਗਲੀ ਗੱਲ ਜਿਹੜੀ ਆ, ਸੋ ਇਹ ਚੀਜ਼ ਤਾਂ ਇੱਕ ਆਪਣੀ ਇਹ ਓਵਰਆਲ ਇੱਕ ਹੈਗਾ ਸਟਰਕਚਰ। ਅਗਲੀਆਂ ਜਿੰਨੇ ਵੀ ਆਪਣੇ ਹੋਣਗੀਆਂ ਐਪੀਸੋਡਸ, ਆਪਾਂ ਇਹ ਇਕੱਲੇ ਸਟਰਕਚਰ ਨੂੰ ਤੋੜ ਕੇ ਦੇਖਾਂਗੇ, ਡੀਕਨਸਟਰਕਟ ਕਰਕੇ ਦੇਖਾਂਗੇ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਸੋਸ਼ਲ ਸਟਰਕਚਰ ਵਿੱਚ ਨੇ ਤਾਂ ਉਹ ਸਾਨੂੰ ਕੀ ਸਮਝਾਉਂਦੇ ਨੇ, ਕਿਉਂਕਿ ਉਹਦੇ ਵਿੱਚ ਵੀ ਤਾਂ ਇੱਕ ਆਪਣੇ ਆਪ ਦੇ ਵਿੱਚ ਇੱਕ ਫਲਸਫੇ ਨੇ ਨਾ। ਜਦੋਂ ਸੋਸ਼ਲ ਸਟਰਕਚਰ ਵਿੱਚ ਨੇ ਤਾਂ ਉਹ ਪਾਂਡੇ ਕੋਲ ਪੜ੍ਹਨ ਵੀ ਜਾਂਦੇ ਨੇ, ਅਤੇ ਫਿਰ ਅੱਗੋਂ ਕੀ ਪੜ੍ਹਾ ਕੇ ਆਉਂਦੇ ਨੇ, ਹੈ ਨਾ, ਕਿਸ ਤਰੀਕੇ ਨਾਲ ਪੜ੍ਹਾ ਕੇ ਆਉਂਦੇ ਨੇ। ਉਹ ਪੱਟੀ ਲਿਖੀ ਸਾਡੇ ਕੋਲ ਪਈ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਆ, ਉਹ ਕਿੱਦਾਂ ਆ, ਕੀ ਆ, ਉਹ ਸਾਨੂੰ ਕੀ ਫਲਸਫਾ ਸਿਖਾਉਂਦੀ ਆ। ਉਸ ਤੋਂ ਬਾਅਦ ਜਦੋਂ ਉਹ ਮੌਲਵੀ ਕੋਲ ਜਾਂਦੇ ਨੇ, ਫਿਰ ਉਹ ਕੀ ਬੋਲਦੇ ਨੇ, ਜਦੋਂ ਉਹ ਜਨੇਊ ਨਹੀਂ ਪਾਉਂਦੇ ਤਾਂ ਉਹ ਕੀ ਬੋਲਦੇ ਨੇ, ਉਹ ਕੀ ਸਾਨੂੰ ਇੰਡੀਕੇਟ ਕੀ ਕਰਦੇ ਨੇ, ਸਾਨੂੰ ਸਿਖਾਉਂਦੇ ਕੀ ਨੇ, ਇਹ ਸਾਰੇ ਸੋਸ਼ਲ ਸਟਰਕਚਰ ਵਿੱਚ ਹੀ ਹੈ ਨਾ। ਜਦੋਂ ਆਪਣੀ ਭੈਣ ਦੇ ਘਰ ਜਾਂਦੇ ਆ, ਫਿਰ ਉੱਥੇ ਜਾ ਕੇ ਉਹ 13 ਵੀ ਤੋਲਦੇ ਆ, ਔਰ ਉਸ ਤੋਂ ਬਾਅਦ ਫਿਰ ਉਹ ਉੱਥੇ ਕੰਮ ਨਹੀਂ ਕਰਦੇ। ਉਹ ਸਾਰਾ ਕੀ ਆ, ਉਹ ਇੱਕ ਸੋਸ਼ਲ ਸਟਰਕਚਰ ਦੇ ਵਿੱਚ ਰਹਿ ਕੇ ਸਾਨੂੰ ਕਿਸ ਤਰ੍ਹਾਂ ਦੀ ਫਿਲੋਸਫੀ ਸਾਡੇ ਝੋਲੀ ਪਾ ਰਹੇ ਨੇ, ਉਹ ਸਾਨੂੰ ਸਮਝਣ ਵਾਸਤੇ ਡਿਫਰੈਂਟ ਅਸੀਂ ਇਹ ਤਿੰਨਾਂ ਚੀਜ਼ਾਂ ਦੇ ਉੱਤੇ ਅਲੱਗ-ਅਲੱਗ ਐਪੀਸੋਡਸ ਦੇ ਉੱਪਰ ਗੱਲ ਕਰਾਂਗੇ। ਔਰ ਉਸ ਤੋਂ ਬਾਅਦ ਜਦੋਂ ਉਹ ਫਿਰ ਆਪਣੀ ਸਾਰੀਆਂ ਉਦਾਸੀਆਂ ਖ਼ਤਮ ਕਰਨ ਤੋਂ ਬਾਅਦ ਜਦੋਂ ਵਾਪਸ ਆ ਜਾਂਦੇ ਆ, ਤਾਂ ਆ ਕੇ ਫਿਰ ਉਹ ਹਲ ਵੀ ਵਾਹੁੰਦੇ ਆ, ਉਹ ਸੋਸ਼ਲ ਸਟਰਕਚਰ ਦਾ ਹਿੱਸਾ ਆ। ਉਹਦਾ ਕੀ ਮਤਲਬ, ਉਹ ਕੀ ਕਹਿਣਾ ਚਾਹੁੰਦੇ ਸੀ, ਸਾਨੂੰ ਇਹ ਦੇਖਣਾ ਪਊਗਾ। ਫਿਰ ਜਦੋਂ ਪੋਲੀਟਿਕਸ ਦੀ ਆਪਾਂ ਗੱਲ ਕਰਾਂਗੇ ਤਾਂ ਜਾ ਕੇ ਉਹਨਾਂ ਜਦੋਂ ਸੁਮੇਰ ਪਰਬਤ 'ਤੇ ਜਾ ਕੇ ਅਤੇ ਸਿੱਧ ਗੋਸ਼ਟੀ ਕਰਦੇ ਆ, ਉਹ ਪੋਲੀਟੀਕਲ ਡਾਇਲੋਗ ਆ, ਜਾਂ ਉਹਨੂੰ ਰਿਲੀਜੀਅਸ ਡਾਇਲੋਗ ਵੀ ਕਹਿ ਸਕਦੇ ਆ ਕੁਛ ਲੋਕ, ਅਕੋਰਡਿੰਗ ਟੂ ਆਪਣੀ ਅੰਡਰਸਟੈਂਡਿੰਗ। ਮੈਨੂੰ ਉਹ ਪੋਲੀਟੀਕਲ ਵੀ ਲੱਗਦਾ ਹੁੰਦਾ ਆ। ਤਾਂ ਉਹ ਜਿਹੜਾ ਇੱਕ ਡਾਇਲੋਗ ਆ, ਉਹਦਾ ਕੀ ਮਤਲਬ ਆ, ਉਹ ਕੀ ਕਹਿਣਾ ਚਾਹ ਰਹੇ ਆ, ਸਾਨੂੰ ਕੀ ਦੱਸਣਾ ਚਾਹ ਰਹੇ ਆ,
ਇਹ ਸਾਰੀਆਂ ਚੀਜ਼ਾਂ ਸਾਨੂੰ ਲੇਅਰ ਬਾਏ ਲੇਅਰ ਸਮਝਣੀਆਂ ਪੈਣਗੀਆਂ ਗੁਰਬਾਣੀ ਦੇ ਹਵਾਲੇ ਤੋਂ। ਆਉਣ ਵਾਲੇ ਜਿਹੜੇ ਆਪਣੇ ਹੋਣਗੇ ਸਾਰੇ ਜਿੰਨੇ ਵੀ ਅਸੀਂ ਅੱਗੇ ਗੁਰੂ ਨਾਨਕ ਪਾਤਸ਼ਾਹ ਨੂੰ ਡੈਡੀਕੇਟ ਕਰਾਂਗੇ ਸਾਰੇ ਐਪੀਸੋਡਸ, ਉਹਨਾਂ ਵਿੱਚ ਆਪਾਂ ਇਹਨਾਂ ਸਾਰੀਆਂ ਨੂੰ ਇਹਨਾਂ ਚਾਰਾਂ ਆਸਪੈਕਟਸ ਦੇ ਉੱਪਰ ਡਿਫਰੈਂਟ ਲੈਵਲ ਦੇ ਉੱਤੇ ਗੱਲ ਕਰਾਂਗੇ। ਇੱਕ ਗੱਲ ਜਿਹੜੀ ਉਸ ਤੋਂ ਪਹਿਲਾਂ ਸਮਝਣੀ ਬੜੀ ਜ਼ਰੂਰੀ ਆ ਕਿ ਜਦੋਂ ਅਸੀਂ ਇਸ ਚੀਜ਼ ਨੂੰ, ਜਦੋਂ ਅਸੀਂ ਆਪਣੇ ਬਾਬੇ ਨਾਨਕ ਨੂੰ, ਆਪਣੇ ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਅਸੀਂ ਸਮਝਣਾ ਹੋਊਗਾ, ਹੈ ਨਾ, ਕੁਛ ਬੜਾ ਪਿਆਰਾ ਕੁਛ ਲੋਕ ਇਹ ਵੀ ਕਹਿੰਦੇ ਗੁਰੂ ਬਾਬਾ, ਮੈਨੂੰ ਬੜੀ ਵਧੀਆ ਨਾਮ ਲੱਗਦਾ ਹੁੰਦਾ। ਉਹ ਸਾਡਾ ਗੁਰੂ ਬਾਬਾ ਜਦੋਂ ਅਸੀਂ ਉਹਨੂੰ ਸਮਝਣਾ ਹੋਊਗਾ ਨਾ, ਤਾਂ ਸਾਨੂੰ ਉਹਨੂੰ ਫੋਟੋਆਂ ਦੇ ਵਿੱਚੋਂ ਕੱਢ ਕੇ ਸਮਝਣਾ ਪਊਗਾ। ਜਿਹੜੀਆਂ ਫੋਟੋਆਂ ਸਾਡੇ ਨਾਲ ਚੱਲ ਰਹੀਆਂ ਔਰ ਅਸੀਂ ਉਹਨੂੰ ਚਲਾਈ ਜਾ ਰਹੇ ਹਾਂ, ਔਰ ਬਾਕਾਇਦਾ ਲੋਕ ਘਰਾਂ ਦੇ ਵਿੱਚ ਮੱਥਾ ਟੇਕਦੇ ਆ ਉਹਨਾਂ ਫੋਟੋਆਂ ਨੂੰ, ਸਾਨੂੰ ਉਹਨਾਂ ਦੇ ਵਿੱਚੋਂ ਕੱਢਣਾ ਪਊਗਾ। ਮੈਂ ਕਿਤੇ ਸੁਣਿਆ ਆ ਔਰ ਕਿਤੇ ਪੜ੍ਹਿਆ ਵੀ ਹੈ, ਮੈਨੂੰ ਉਹ ਦੁਬਾਰਾ ਉਹ ਰੈਫਰੈਂਸ ਨਹੀਂ ਲੱਭੀ, ਜਦੋਂ ਵੀ ਲੱਭੀ ਮੈਂ ਉਹ ਆਪ ਸਭ ਨਾਲ ਉਹ ਰੈਫਰੈਂਸ ਵੀ ਸਾਂਝੀ ਕਰੂੰਗੀ। ਪਰ ਮੈਂ ਇਹ ਵੀ ਸੁਣਿਆ ਹੈ ਕਿ ਜਦੋਂ ਔਰ ਇਹ ਗੱਲ ਵਾਕਈ ਮੈਨੂੰ ਸਹੀ ਲੱਗੀ ਸੀਗੀ ਕਿ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਫੋਟੋਗ੍ਰਾਫ ਅਸੀਂ ਬਣਾ ਕੇ ਅੱਜ ਬੈਠੇ ਹੋਏ ਹਾਂ ਨਾ, ਬੇਸ਼ੱਕ ਉਹ ਸੋਭਾ ਸਿੰਘ ਹੋਣਾ ਦੀ ਬਣਾਈ ਹੋਈ ਆ, ਜਿਹਦੇ ਵਿੱਚ ਉਹਨਾਂ ਨੇ ਬਿਲਕੁਲ ਸਿਲਕ ਵਾਈਟ ਜਿਹੜੀ ਉਹਨਾਂ ਦੀ ਦਾੜੀ ਆ, ਹੱਥ ਐਵੇਂ ਕੀਤਾ ਹੋਇਆ ਆ, ਉਹ ਉਹਨਾਂ ਨੂੰ ਇੱਕ ਡਿਫਰੈਂਟ ਲੈਵਲ ਦੇ ਉੱਤੇ ਦਿਖਾਉਂਦੇ ਆ। ਜਦੋਂ ਕਿ ਗੁਰੂ ਨਾਨਕ ਪਾਤਸ਼ਾਹ, ਤੁਸੀਂ ਇਹ ਸੋਚੋ ਕਿ ਉਹ ਹਰ ਇੱਕ ਤਰ੍ਹਾਂ ਦੇ ਰੀਜਨ ਦੇ ਵਿੱਚ ਜਾ ਰਹੇ, ਉਹ ਰੇਗਿਸਤਾਨ ਦੇ ਵਿੱਚ ਵੀ ਜਾ ਰਹੇ, ਮਾਰੂਥਲਾਂ ਦੇ ਵਿੱਚ ਵੀ ਜਾ ਰਹੇ ਆ। ਬਾਕਾਇਦਾ ਜਨਮ ਸਾਖੀਆਂ 'ਚ ਜ਼ਿਕਰ ਆਉਂਦਾ ਆ ਕਿ ਇੱਕ ਐਸੀ ਜਗ੍ਹਾ ਦੇ ਉੱਤੇ ਜਿੱਥੇ ਮਰਦਾਨਾ ਉਹਨਾਂ ਨੂੰ ਕਹਿੰਦਾ ਹੈ, ਭਾਈ ਮਰਦਾਨਾ ਕਹਿੰਦੇ ਨੇ ਕਿ ਗੁਰੂ ਪਾਤਸ਼ਾਹ ਕਿੱਥੇ ਲਿਆ ਕੇ ਮਾਰਿਆ ਜੇ, ਨਾ ਇੱਥੇ ਬੰਦਾ ਨਾ ਕੋਈ ਹੋਰ, ਕੋਈ ਦਰਖਤ ਵੀ ਮਿਲੇ ਤਾਂ ਮੈਂ ਉਹਦੇ ਗੱਲ ਲੱਗ ਕੇ ਰੋਵਾਂ। ਇਹ ਗੱਲ ਜਨਮ ਸਾਖੀਆਂ ਦੇ ਵਿੱਚ ਵੀ ਆਉਂਦੀ ਆ। ਤਾਂ ਐਸੀਆਂ ਜਗ੍ਹਾਵਾਂ ਦੇ ਉੱਤੇ ਗੁਰੂ ਪਾਤਸ਼ਾਹ ਗਏ ਆ। ਮੈਂ ਇਹ ਨਹੀਂ ਕਹਿੰਦੀ ਕਿ ਉਹ ਬੜੇ ਉਹਨਾਂ ਦੇ ਕੱਪੜੇ ਬੜੇ ਗੰਦੇ ਹੋਏ ਹੋਣਗੇ, ਨਹੀਂ, ਪਰ ਕਿਆ ਉਹਨਾਂ ਦੀ ਜਿਹੜੀ ਫੋਟੋ ਹੈ ਤੁਸੀਂ ਖੁਦ ਸੋਚ ਕੇ ਦੇਖਿਓ, ਕਿਆ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਸੀ? ਗੁਰੂ ਨਾਨਕ ਪਾਤਸ਼ਾਹ ਕਿਰਤੀ ਸਿੰਘ ਨੇ, ਕਦੀ ਕਿਰਤੀਆਂ ਦੇ ਹੱਥ ਦੇਖਿਓ, ਕਦੀ ਕਿਰਤੀਆਂ ਦੇ ਪੈਰ ਦੇਖਿਓ। ਅਸੀਂ ਆਪ ਉਹਨਾਂ ਘਰਾਂ ਦੇ ਵਿੱਚੋਂ ਆਉਂਦੇ ਹਾਂ ਜਿੱਥੇ ਖੇਤੀ ਹੀ ਇੱਕ ਪ੍ਰਮੁੱਖ ਕਿੱਤਾ ਆ, ਤਾਂ ਸਾਡੇ ਜਿਹੜੇ ਬਾਬਿਆਂ ਦਾਦਿਆਂ ਦੀਆਂ ਅੱਡੀਆਂ ਵੀ ਪਾਟੀਆਂ ਹੁੰਦੀਆਂ, ਔਰ ਉਹ ਅੱਡੀਆਂ ਪਾਟੀਆਂ ਹੋਣਾ ਕੋਈ ਇਹ ਨਹੀਂ ਆ ਕਿ ਕੋਈ ਮਾੜੀ ਗੱਲ ਆ, ਉਹ ਉਹਨਾਂ ਦੀ ਕਿਰਤ ਦੀ ਨਿਸ਼ਾਨੀ ਆ, ਕਿਉਂਕਿ ਉਹਨਾਂ ਨੇ ਕੰਮ ਕੀਤਾ ਆ ਸਾਰੀ ਉਮਰ, ਹੈ ਨਾ। ਇੰਨੇ ਕੋਮਲ ਜਿਹੇ ਹੱਥ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕਿਰਤ ਦਾ ਸੁਨੇਹਾ ਦਿੱਤਾ ਆ। ਸੋ ਆਪਾਂ ਇਹ ਮੈਂ ਜ਼ਰੂਰ ਕਿਤੇ ਮੈਂ ਲੱਭੂੰਗੀ ਇਹ ਰੈਫਰੈਂਸ ਔਰ ਤੁਹਾਨੂੰ ਸਾਰਿਆਂ ਨਾਲ ਸ਼ੇਅਰ ਕਰੂੰਗੀ। ਸ਼ਾਇਦ ਵਸਨ ਸਿੰਘ ਜੱਫਰ ਹੁਣਾਂ ਨੇ ਕਿਤੇ ਲਿਖਿਆ ਕਿ ਇਹ ਜਿਹੜੀ ਸਾਨੂੰ ਫੋਟੋਗ੍ਰਾਫ ਆ ਨਾ, ਸਾਨੂੰ ਇਹਦੇ ਉੱਤੇ ਵੀ ਥੋੜ੍ਹਾ ਜਿਹਾ ਦੇਖਣਾ ਪਊਗਾ, ਕਿਉਂਕਿ ਇਹ ਜਿਹੜੀ ਫੋਟੋਗ੍ਰਾਫ ਹੈ, ਮੈਂ ਵੀ ਦੇਖਦੀ ਹਾਂ ਕਿ ਜਦੋਂ ਇਹ ਫੋਟੋਗ੍ਰਾਫ ਆਪਾਂ ਦੇਖਦੇ ਹਾਂ ਤਾਂ ਕਿਰਤ ਦੀ ਗੱਲ ਨਹੀਂ ਕਿਤੇ ਆਉਂਦੀ। ਜਦੋਂ ਅਸੀਂ ਗੁਰੂ ਨਾਨਕ ਨੂੰ ਉਹਨਾਂ ਦੇ ਅਸਲੀ ਰੂਪ ਦੇ ਵਿੱਚ ਆਪਣੇ ਆਪ ਨੂੰ ਇਮੈਜਿਨ ਕਰਾਂਗੇ, ਸਮਝਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਕਿੱਦਾਂ ਦੇ ਹੋਣਗੇ, ਜਦੋਂ ਹਲ ਵਾਹ ਰਹੇ ਹੋਣਗੇ ਤਾਂ ਉਹ ਕਿੱਦਾਂ ਦੇ ਹੋਣਗੇ। ਬਾਕਾਇਦਾ ਉਹਨਾਂ ਨੇ ਪਰਨਾ ਆਪਣੇ ਮੋਢੇ 'ਤੇ ਰੱਖਿਆ ਹੋਊਗਾ ਔਰ ਉਹਨਾਂ ਦੇ ਹੱਥ ਦੇ ਵਿੱਚ ਔਰ ਹੱਥ ਕੈੜੇ ਹੋਣਗੇ ਕਿਉਂਕਿ ਹਲ ਫੜਨਾ ਆ, ਹੈ ਨਾ। ਤਾਂ ਉਹ ਕਿਰਤੀਆਂ ਤੋਂ ਸਾਨੂੰ ਕਿਤੇ ਨਾ ਕਿਤੇ ਦੂਰ ਕੀਤਾ ਗਿਆ ਇਹਨਾਂ ਫੋਟੋਆਂ ਦੇ ਜ਼ਰੀਏ। ਆਪਾਂ ਇਹਨਾਂ ਫੋਟੋਆਂ 'ਚੋਂ ਬਾਹਰ ਨਿਕਲੀਏ ਔਰ ਜਿਹੜੇ ਸਾਡੇ ਕਿਰਤੀ ਲੋਕ ਨੇ, ਜੋ ਗੁਰੂ ਨਾਨਕ ਨੇ ਸਾਨੂੰ ਨਾਮ ਜਪਣ ਦੀ, ਵੰਡ ਛਕਣ ਅਤੇ ਕਿਰਤ ਕਰਨ ਦੀ ਫਿਲਾਸਫੀ ਦਿੱਤੀ ਹੈ ਨਾ, ਤਾਂ ਆਪਾਂ ਕਿਰਤੀਆਂ ਨਾਲ ਪਿਆਰ ਦੁਬਾਰਾ ਸ਼ੁਰੂ ਕਰੀਏ। ਉਹ ਕਿਰਤੀ ਸਾਡੇ ਆਪਣੇ ਆ ਜਿਨ੍ਹਾਂ ਨੂੰ ਅਸੀਂ ਅੱਜ ਦੂਰ ਸੁੱਟ ਲਿਆ। ਮੈਂ ਕਿਸੇ ਜਾਤਾਂ ਦੇ ਵਿੱਚ ਨਹੀਂ ਜਾਂਦੀ ਕਿਉਂਕਿ ਜਾਤਾਂ ਛੱਡ ਦਿਓ, ਅਸੀਂ ਸਿਰਫ ਕਲਾਸ 2 ਹੁੰਦੀਆਂ ਆ, ਜਾਂ ਅਮੀਰ ਅਤੇ ਜਾਂ ਗਰੀਬ, ਬਾਕੀ ਸਾਰੀਆਂ ਕਲਾਸਿਸ ਜਿਹੜੀਆਂ ਆਪਾਂ ਆਪ ਘੜ ਲੈਂਦੇ ਹਾਂ। ਸੋ ਇੰਨਾ ਕੁ ਅੱਜ ਦੀਆਂ ਮੇਰੀਆਂ ਜਿਹੜੀਆਂ ਬੇਨਤੀਆਂ ਪ੍ਰਵਾਨ ਕਰਨਾ। ਅਗਲਾ ਜਿਹੜਾ ਐਪੀਸੋਡ ਹੋਊਗਾ ਉਹਦੇ ਵਿੱਚ ਆਪਾਂ ਇਹ ਫੋਟੋਗ੍ਰਾਫ ਵਾਲੀ ਗੱਲ ਵੀ ਮੈਂ ਅੱਗੇ, ਕਿਉਂਕਿ ਕੋਸ਼ਿਸ਼ ਕਰੂੰਗੀ ਮੈਂ ਆਪਣੀ ਉਹ ਰੈਫਰੈਂਸ ਲੱਭ ਕੇ ਲੈ ਕੇ ਆਵਾਂ ਅਤੇ ਉਹਨੂੰ ਅੱਗੇ ਤੋਰਾਂਗੇ ਔਰ ਬਾਕਾਇਦਾ ਆਪਾਂ ਦੇਖਾਂਗੇ ਕਿ ਸਾਨੂੰ ਇਹਨਾਂ ਫੋਟੋਆਂ ਨੇ ਕੀ ਦਿੱਤਾ, ਅਸੀਂ ਕੀ ਗਵਾਇਆ। ਆਪਾਂ ਇਹਦੇ ਬਾਰੇ ਵੀ ਗੱਲ ਕਰਾਂਗੇ ਔਰ ਬਾਕਾਇਦਾ ਜਿਹੜੇ ਇਹ 4 ਮੁੱਢਲੀਆਂ ਚੀਜ਼ਾਂ ਬਾਰੇ ਮੈਂ ਗੱਲ ਕੀਤੀ ਹੈ ਕਿ ਜਦੋਂ ਅਸੀਂ ਇੱਕ ਪੂਰਨ ਪੁਰਖ ਦੀ ਗੱਲ ਕਰਨੀ ਹੈ, ਇੱਕ ਪੂਰਨ ਇਨਸਾਨ ਦੀ ਗੱਲ ਕਰਨੀ ਹੈ, ਤਾਂ ਉਹ ਪੂਰਨ ਇਨਸਾਨ ਸੋਸ਼ਲ ਵੀ ਹੋਊਗਾ, ਕਲਚਰਲ ਰਿਲੀਜੀਅਸ ਵੀ ਹੋਊਗਾ, ਸਪਿਰਿਚੁਅਲ ਵੀ ਹੋਊਗਾ ਔਰ ਪੋਲੀਟੀਕਲ ਵੀ ਹੋਊਗਾ। ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਅਗਰ ਮਾਈਨਸ ਹੈ ਤਾਂ ਉਹ ਪੂਰਨ ਨਹੀਂ ਹੋ ਸਕਦਾ। ਤਾਂ ਇਹ ਨਹੀਂ ਕੁ ਗੱਲ ਅੱਜ ਮੈਂ ਸਮਾਪਤੀ ਕਰਦੀ ਹਾਂ। ਆਪਾਂ ਮਿਲਦੇ ਹਾਂ ਅਗਲੇ ਐਪੀਸੋਡ ਦੇ ਵਿੱਚ ਫਿਰ ਤੋਂ ਔਰ ਇਸੇ ਚੀਜ਼ ਨੂੰ ਆਪਾਂ ਅੱਗੇ ਵਧਾਵਾਂਗੇ। ਮੇਰੇ ਕੋਲ ਕੋਈ ਗਲਤੀ ਹੋ ਗਈ ਹੋਵੇ, ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਿਮਾ ਜੀ। ਬਾਕੀ ਆਪ ਸਭ ਦੀ ਹਜ਼ੂਰੀ ਵਿੱਚ ਦੁਬਾਰਾ ਆਊਂਗੀ ਅਗਲੇ ਹਫ਼ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।